निर्मल निम्मा लंगा का नॉवल है जात को जात। कांड 17वां। एक छुट्टी वाले दिन रेखा पढ़ रही हुंदी है। बाहर बैठी कुड़ियां भाजी दे लड्डू लैके आईयां। उन्हां दस्सिया विआह होया कारज दा वलैत विच। सुन के आया ना विश्वास, यकीन ना कीता दिल ने। हत्थ च फड़े लड्डू खिलर गए फर्श ते। कारज दे प्यार वांग मुठियां मिच गईयां गुस्से नाल। रिहा ना कोई पड़दा जां ओला, लुट्टी गई शरेआम। रोंदी तड़फदी जा डिग्गी मंजे ते। मानसिक तौर ते तुम्बी पिंजी गई। दिल दा पंछी घायल हो गया। ਉਹ ਲਹੂ ਲੁਹਾਨ ਪੈਰਾਂ ਨਾਲ ਖੜੀ ਸੀ ਐਸੇ ਮੋੜ ਤੇ ਜਿੱਥੋਂ ਕੋਈ ਸਾਬਤ ਰਸਤਾ ਜਾਂਦਾ ਨਹੀਂ ਹੁੰਦਾ ਜੀਵਨ ਦੀਆਂ ਮਹਿਕਾਂ ਦੇ ਪੱਤਣਾਂ ਵੱਲ। ਅਖੀਰ ਉਹ ਹਿੰਮਤੀ ਕੁੜੀ ਸੰਭਲੀ, ਦਿਲ ਨੂੰ ਸਮਝਾ ਲਿਆ, ਵਰਾ ਲਿਆ। ਕਾਰਜ ਦੀ ਬੇਵਫਾਈ ਤੇ ਮੱਕਾਰੀ ਹਰ ਪਲ ਆਰੇ ਚਲਾਉਂਦੀ ਦਿਲ ਤੇ, ਮੋਤੀ ਖਿਲਾਰਦੀ ਹੰਝੂਆਂ ਦੇ। 5-6 ਮਹੀਨੇ ਪਿੱਛੋਂ ਹੀ ਕਾਰਜ ਤੇ ਉਹਦੀ ਪਤਨੀ ਆ ਗਏ ਪਿੰਡ। ਸੁਣ ਕੇ ਰੇਖਾ ਅੰਦਰ ਮੱਚ ਪਏ ਕਰੋਧ ਦੇ ਭਾਂਬੜ। ਇੱਕ ਦਿਨ ਉਹਨੇ ਕਾਰਜ ਨੂੰ ਵੇਖਿਆ ਗਲੀ 'ਚ ਤੁਰੇ ਜਾਂਦੇ ਨੂੰ, ਮੂੰਹ ਸਿਰ ਮੁੰਨਿਆ, ਗਲ ਸੋਨੇ ਦੀ ਮੋਟੀ ਚੇਨ, ਬਾਹਾਂ 'ਚ ਮੋਟੇ ਕੜੇ, ਆਕੜ ਆਕੜ ਤੁਰਦਾ ਸੇਠਾਂ ਵਾਂਗ। ਰੇਖਾ ਨੇ ਨਫ਼ਰਤ ਨਾਲ ਥੁੱਕਿਆ, ਕੋਸ਼ਿਸ਼ ਕਰਦੀ ਭੁੱਲਣ ਦੀ, ਪਰ ਪੀੜਾਂ ਦਾ ਤਾਪ ਮੱਠਾ ਨਾ ਪੈਂਦਾ। ਇੱਕ ਸ਼ਾਮੀ ਕਾਰਜ ਆ ਗਿਆ ਘਰ ਹੀ, ਦਾਰੂ ਨਾਲ ਰੱਜਿਆ। ਪਤਾ ਨਾ ਲੱਗਾ ਕਿਚਨ 'ਚ ਰੋਟੀ ਪਕਾਉਂਦੀ ਰੇਖਾ ਨੂੰ। ਕਾਰਜ ਨੇ ਖੰਗੂਰਾ ਮਾਰਿਆ। ਰੇਖਾ ਬਾਰੀ ਰਾਹੀਂ ਵੇਖ ਕੇ ਤਰਬਕੀ। ਕਾਲਜਾ ਮੱਚਿਆ ਤੰਦੂਰ ਵਾਂਗ। ਕਾਰਜ ਮੰਜੀ ਤੇ ਬਹਿ ਗਿਆ। ਰੇਖਾ ਦਾ ਦਿਲ ਕੀਤਾ ਧੱਕੇ ਮਾਰ ਕੇ ਘਰੋਂ ਕੱਢ ਦੇ, ਪਰ ਦੂਰ ਦੀ ਸੋਚ ਕੇ ਸੰਭਲ ਗਈ। ਸਜਾ ਦੇਣਾ ਚਾਹੁੰਦੀ ਹਰ ਵਕਤ ਪਛਾਣ ਕੇ। ਸੋਚਿਆ ਕਾਲੀ ਕੀਤਿਆਂ ਉਹਦੀ ਭੰਡੀ ਹੋਊ ਲੋਕਾਂ 'ਚ। ਉਹ ਜਾਣਦੀ ਰਿਸ਼ਤਿਆਂ ਦੇ ਤਿੜਕਣ ਨਾਲ ਫਨਾਹ ਹੋ ਜਾਂਦਾ ਬਹੁਤ ਕੁਝ। ਕਾਰਜ ਬੜਾ ਚਲਾਕ ਤੇ ਮੌਕਾ ਪ੍ਰਸਤ। ਕਿਸੇ ਤਰ੍ਹਾਂ ਮਨਾਉਣਾ ਚਾਹੁੰਦਾ ਸੀ ਰੇਖਾ ਨੂੰ। ਮਨ 'ਚ ਸੋਚਦਾ 5-7 ਹਜ਼ਾਰ ਦਾ ਲਾਲਚ ਦਊਂ, ਆਪੇ ਆਊ ਦੌੜਦੀ। ਜਦੋਂ ਗਈ ਨਾ ਮਿਲਣ ਰੇਖਾ ਉਹਦੇ ਘਰ, ਸਮਝ ਗਿਆ ਉਹ ਨਾਰਾਜ਼ ਏ। ਇਹ ਵੀ ਲੱਖਣ ਲਾਉਂਦਾ ਹੁਣ ਤਾਂ ਮਾਸ਼ੀ ਬੁੱਲੇ ਲੁੱਟਦੀ ਹੋਊ ਕਈਆਂ ਨਾਲ। ਸਫਾ ਚੱਟ ਮੁੱਛਾਂ ਤੇ ਹੱਥ ਫੇਰਦਾ ਬੋਲਿਆ, ਰੇਖਾ ਸਗੋਂ ਨਾਰਾਜ਼ ਏ ਮੇਰੇ ਨਾਲ? ਮੈਂ ਚੇਚਾ ਮਿਲਣ ਆਇਆ, ਤੂੰ ਅੰਦਰੋਂ ਨਹੀਂ ਬਾਹਰ ਨਿਕਲ। ਮੈਂ ਕਿਉਂ ਨਾਰਾਜ਼ ਹੋਣਾ? ਤੂੰ ਹੋ ਗਿਆ ਵੱਡਾ ਆਦਮੀ, ਗਰੀਬ ਕਿੱਥੇ ਦਿਸਦੇ ਆ ਤੈਨੂੰ? ਵਿਅੰਗ ਕੀਤਾ ਕੁੜੀ ਨੇ। ਯਾਰ ਆ ਕੋਲ ਬਹਿ ਜਾ, ਮੈਂ ਉਹੀ ਕਾਰਜ ਆਂ। ਤੇਰਾ ਗੁੱਸਾ ਜਾਇਜ਼ ਹੈ, ਜੋ ਸਜ਼ਾ ਦੇਂਗੀ ਮਨਜ਼ੂਰ ਆ ਮੈਨੂੰ। ਮੈਂ ਕੌਣ ਆ ਸਜ਼ਾ ਦੇਣ ਵਾਲੀ? ਤੇਰੀ ਆਪਣੀ ਜ਼ਿੰਦਗੀ ਹੈ, ਜਿਵੇਂ ਮਰਜ਼ੀ ਜੀ। ਬੋਲ ਜੰਮੇ ਹੋਏ ਸੀ ਬੇਵਫਾਈ ਦੇ ਦਰਦ ਨਾਲ। ਪਲ ਦੀ ਪਲ ਰੇਖਾ ਦੇ ਜ਼ਿਹਨ 'ਚ ਉਤਰ ਆਈ ਉਹ ਕਕਰੀਲੀ ਰਾਤ, ਜਦੋਂ ਕਾਰਜ ਨੇ ਕਰਕੇ ਵਿਆਹ ਦਾ ਇਕਰਾਰ ਭੋਗਿਆ ਸੀ ਉਹਦੇ ਜਿਸਮ ਨੂੰ। ਹੁਣ ਵਿਆਹ ਕਰਵਾ ਲਿਆ ਕਿਸੇ ਹੋਰ ਨਾਲ। ਸ਼ਕਲ ਨਹੀਂ ਵੇਖਣਾ ਚਾਹੁੰਦੀ ਉਸ ਹਰਾਮੀ ਦੀ। ਲੋਹੇ ਵਰਗੇ ਧੀਮੇ ਸ਼ਬਦ ਥਿਰਕੇ, ਕਾਰਜਾ ਜਾ, ਚਲਾ ਜਾ ਇੱਥੋਂ, ਦੀਦੀ ਆਉਣ ਵਾਲੀ ਹੈ, ਮਿਲਦੇ ਹਾਂ ਆਪਾਂ ਕਿਸੇ ਦਿਨ ਫਿਰ, ਪਲੀਜ਼। ਐਵੇਂ ਰੌਲਾ ਪੈ ਜੂ ਫਾਲਤੂ ਦਾ, ਹੋਵਾਂਗੇ ਬਦਨਾਮ। ਮਣਾ ਮੂੰਹ ਭਾਰੇ ਹੋ ਗਏ ਉਹ ਪਲ ਰੇਖਾ ਵਾਸਤੇ। ਕਾਰਜ ਤੁਰ ਪਿਆ ਬਾਹਰ ਨੂੰ। ਗੇਟ ਕੋਲ ਜਾ ਕੇ ਅਟਕਿਆ। ਵੇਖੀ ਭੁੱਲੀ ਨਾ, ਆਪੇ ਦੱਸਦੀ ਕਿੱਥੇ ਮਿਲਾਂ। ਤੇ ਹੁਲਾਰੇ ਖਾਂਦਾ ਉਹ ਚਲਾ ਗਿਆ। ਸਾਰੀ ਰਾਤ ਭਟਕਦਾ, ਤਿਲਕਦਾ, ਸੁਲਗਦਾ ਰਿਹਾ ਸੁਪਨਿਆਂ ਦੇ ਸੰਸਾਰ 'ਚ। ਕਾਰਜ ਕਾਹਦਾ ਆਇਆ, ਸਗੋਂ ਚੁਆਤੀ ਲਾ ਗਿਆ ਰੇਖਾ ਦੇ ਗੁੱਸੇ ਨੂੰ, ਕੋਮਲ ਜਜ਼ਬਾਤਾਂ ਨੂੰ, ਉਸ ਅੰਦਰ ਪਨਪਦੇ ਵਿਦਰੋਹ ਤੇ ਰੋਹ ਨੂੰ। ਹਰਖਚਾਈ ਨੇ ਗਿਲਾ ਕੀਤਾ ਦਿਲ ਨਾਲ, ਕਰਕੇ ਏਡਾ ਵੱਡਾ ਧੋਖਾ। ਅਜੇ ਵੀ ਵਫਾ ਭਾਲਦਾ ਹਰਾਮੀ, ਨੀਚ ਕਿਸੇ ਥਾਂ ਦਾ। ਨਾ ਵੀ ਖੜਦਾ ਬਾਹਰ, ਵਿਆਹ ਨਾ ਵੀ ਕਰਦਾ ਮੇਰੇ ਨਾਲ। ਮੈਂ ਕੀ ਕਹਿਣਾ ਸੀ? ਕੋਈ ਲਿਖਤ ਪੜ੍ਹਤ ਤਾਂ ਨਹੀਂ ਸੀ ਕੀਤੀ। ਵਿਸ਼ਵਾਸ ਤੋੜ ਦਿੱਤਾ ਮੇਰਾ ਪਿਆਰ 'ਚੋਂ। 2 ਮੋਟੇ ਹੰਝੂ ਤਿਲਕ ਆਏ ਗੱਲਾਂ ਤੇ। ਫਿਰ ਖੜੇ ਪੈਰ ਖਿਆਲ ਗਿਆ ਦੂਜੇ ਪਾਸੇ। ਜੇ ਕਮੀਨੇ ਨੇ ਦੱਸਤਾ ਕਿਸੇ ਹੋਰ ਨੂੰ, ਮਿਹਣੇ ਮਾਰਨਗੇ ਲੋਕ। ਜਿਹੋ ਜੀ ਵੱਡੀ ਉਹੋ ਜੀ ਛੋਟੀ ਭੈਣ। ਜੇ ਪਤਾ ਲੱਗ ਗਿਆ ਦੀਦੀ ਨੂੰ, ਉਹ ਕੰਬ ਗਈ ਸੋਚ ਕੇ, ਸੌਂ ਨਾ ਸਕੀ ਸਾਰੀ ਰਾਤ। ਹਫ਼ਤੇ ਪਿੱਛੋਂ ਹੀ ਕਾਰਜ ਨੇ ਨਵਾਂ ਚੰਨ ਚਾੜ੍ਹਤਾ। ਪੜ੍ਹਨ ਜਾਂਦੀ ਰੇਖਾ ਦਾ ਰੋਕ ਲਿਆ ਰਾਹ, ਫੜ ਲਿਆ ਹੈਂਡਲ ਸਾਈਕਲ ਦਾ। ਬੇਖੌਫ, ਬੇਝਿਜਕ, ਸ਼ਰਾਬ ਨਾਲ ਰੱਜਿਆ ਸਾਹ ਸੂਤਿਆ ਗਿਆ ਰੇਖਾ ਦਾ। ਵੇਖਿਆ ਆਸੇ ਪਾਸੇ ਸਹਿਮ ਕੇ, ਫਿਰ ਹੌਸਲੇ ਤੇ ਜਬੇ ਨਾਲ ਬੋਲੀ, ਹਾਂ ਦੱਸ ਕੀ ਚਾਹੀਦਾ ਤੈਨੂੰ? ਨੈਣਾ 'ਚੋਂ ਗੁੱਸੇ ਤੇ ਚੰਗਿਆੜੇ ਤਿੜਕੇ ਮਤਾਬੀ ਵਾਂਗ। ਦੱਸ ਕਦੋਂ ਮਿਲੇਂਗੀ? ਉਹ ਵਹਿਸ਼ੀ ਤੇ ਨੰਗਾ ਹਾਸਾ ਹੱਸਿਆ, ਕੰਧਾਂ ਨਾਲ ਕੋਠੇ ਹਿਲਾ ਦੇਣ ਵਾਲਾ ਹਾਸਾ। ਮੈਂ ਲੇਟ ਹੋ ਜਾਊਂ, ਆ ਕੇ ਦੱਸੂ। ਅੱਗਾਂ ਬਲ ਉੱਠੀਆਂ ਕੁੜੀ ਦੇ ਨੈਣਾਂ 'ਚ। ਜੇ ਨਾ ਮਿਲੀ ਮੈਂ ਤਾਂ ਦੱਸ ਦੂੰ ਸਾਰੇ ਪਿੰਡ ਨੂੰ, ਬਦਨਾਮੀ ਹੋਊ ਤੇਰੀ। ਮੇਰੀ ਨਹੀਂ ਜਾਣਾ ਕੁਛ ਵੀ। ਉਹ ਚਲਾ ਗਿਆ ਝੂਮਦਾ। ਉਸ ਦਿਨ ਰੇਖਾ ਦਾ ਕਲਾਸਾਂ 'ਚ ਉੱਕਾ ਮਨ ਨਾ ਲੱਗਾ। ਨੈਣਾਂ 'ਚ ਚੁੱਭਦੇ ਰਹੇ ਟੁੱਟ ਗਏ ਵਿਸ਼ਵਾਸ ਤੇ ਟੋਟੇ। ਪੀੜਦੀ ਰਹੀ ਦਿਲ ਤੇ ਦਿਮਾਗ ਨੂੰ, ਕਾਰਜ ਦੀ ਹਰਕਤ ਵੇਲਣੇ ਵਾਂਗ। ਪਿੰਡ ਆ ਕੇ ਪਰੇਸ਼ਾਨੀ ਹੋਰ ਸੰਘਣੀ ਤੇ ਮਾਰੂ ਹੋ ਗਈ। ਦਿਲ ਭਾਫਾਂ ਛੱਡਦਾ ਗੁੱਸੇ ਦੀਆਂ, ਉਬਲੇ ਹੋਏ ਪਾਣੀ ਵਾਂਗ। ਇਸ ਟੇਢੇ ਮਸਲੇ ਦਾ ਹੱਲ ਕੀ ਹੋਵੇ? ਹਰਾਮੀ ਦਾ ਪਿਆਰ ਬਣ ਜੂ ਏਡੀ ਵੱਡੀ ਮੁਸੀਬਤ, ਕਦੇ ਸੋਚਿਆ ਤੱਕ ਨਾ।
ਦੱਸ ਵੀ ਨਾ ਸਕਦੀ ਕਿਸੇ ਨੂੰ। ਉਹਨੂੰ ਭਵਿੱਖ ਲਈ ਵੱਡਾ ਸੰਤਾਪ ਲੱਗਾ ਕਾਰਜ, ਇੱਕ ਤਰ੍ਹਾਂ ਦਾ ਕੋੜ, ਪਲੇਗ ਦੀ ਬਿਮਾਰੀ ਜਿੱਤੇ ਕੰਟਰੋਲ ਕਰਨਾ ਬੜਾ ਜ਼ਰੂਰੀ। ਕੈਂਸਰ ਬਣਨ ਤੋਂ ਪਹਿਲਾਂ ਜੜੋਂ ਪੁੱਟਣਾ ਸਮੇਂ ਦੀ ਅਹਿਮ ਮੰਗ ਹੋ ਗਈ। ਵਿੱਚ ਵਾਰ ਇਹ ਵੀ ਸੋਚਦੀ, ਜੇ ਜ਼ਿੱਦ ਕਰੇ ਖਹਿੜਾ ਨਾ ਛੱਡੇ, ਇੱਕ ਰਾਤ ਹੋਰ ਕਰ ਦੂੰ ਉਹਦੇ ਨਾਲ। ਪਿਆਰ ਨਾ ਸਮਝਾਏਗੀ, ਹੁਣ ਇੰਜ ਤਾਂ ਨਾ ਕਰੇ, ਉਸ ਨਾਲ ਸ਼ਾਇਦ ਮੰਨ ਹੀ ਜਾਵੇ। ਫਿਰ ਅੰਦਰੋਂ ਆਵਾਜ਼ ਆਉਂਦੀ, ਮਰਦ ਭੁੱਖੇ ਹੁੰਦੇ ਆ ਤਾਜ਼ੀ ਫਰੈਸ਼ ਮਾਸ ਦੇ, ਫਿਰ ਤਾਂ ਬਾਰ ਕਰੇਗਾ ਬਲੈਕਮੇਲ। ਤੂੰ ਤਾਂ ਸੁੰਦਰ ਕੁੜੀ ਹੈ, ਇਹ ਮਰਦ ਤਾਂ ਮਰ ਮਿਟਦੇ ਆ ਖੁਸਰਿਆਂ ਤੇ ਲੌਂਡਿਆਂ ਤੇ। ਉਹ ਗੁੱਥਮ ਗੁੱਥਾ ਹੋਈ ਰਹਿੰਦੀ ਸੋਚਾਂ ਨਾਲ। ਇਲਾਜ ਪਰ ਕੋਈ ਨਜ਼ਰ ਨਾ ਆਉਂਦਾ ਇਸ ਅਵੱਲੇ ਰੋਗ ਦਾ। ਹਫ਼ਤੇ ਪਿੱਛੋਂ ਕਾਰਜ ਫੇਰ ਆ ਗਿਆ ਘਰ ਨੂੰ। ਉਹਨੂੰ ਪਤਾ ਹੁੰਦਾ ਉਹ ਆਏਗਾ। ਉਹ ਅੰਦਰੋਂ ਬਾਹਰ ਆ ਕੇ ਹੌਲੀ ਜੀ ਕਿਹਾ, ਇੱਥੇ ਮਿਲਣਾ ਠੀਕ ਨਹੀਂ ਹੈਗਾ, 10 ਵਜੇ ਜੈਲਦਾਰਾਂ ਦੇ ਖੂਹ ਤੇ ਆ ਜਾਈਂ, ਬਾਗ 'ਚ ਮੈਂ ਪਹੁੰਚ ਜਾਊਂ। ਕਾਰਜ ਨੂੰ ਦਲੀਲ ਠੀਕ ਲੱਗੀ, ਦਿਲ 'ਚ ਲੱਡੂ ਭੋਰਦਾ ਖੁਸ਼ੀ ਦੇ ਚਲਾ ਗਿਆ। ਘਰ ਜਾ ਕੇ ਬੋਤਲ ਖੋਲ੍ਹ ਲਈ ਵਿਸਕੀ ਦੀ। ਵੱਡੀ ਖੁਸ਼ੀ ਹੋਈ ਰੇਖਾ ਦੇ ਮੰਨ ਜਾਣ ਦੀ, ਦਿੱਲੀ ਜਿੱਤ ਲੈਣ ਵਰਗੀ ਗੱਲ। ਅੱਜ ਪਾ ਕੇ ਗਲਵੱਕੜੀ ਰੇਖਾ ਨੂੰ ਘਾਟਾ ਪੂਰਾ ਕਰਨਾ ਸੀ। ਵੇਸਟ ਕੀਤੇ ਸਮੇਂ ਦਾ ਨਜ਼ਾਰਾ ਲੈਣਾ ਸੀ, ਕੁਆਰੇ ਹੁਸਨ ਦਾ ਲੈਣਾ ਸੀ, ਇਕਰਾਰ ਮਿਲਦੇ ਰਹਿਣ ਦਾ। ਚੋਗਾ ਪਾ ਕੇ ਧਨ ਦਾ ਦੇ ਕੇ ਡਰਾਵਾ ਬਦਨਾਮੀ ਦਾ ਕਰਨਾ ਸੀ ਕਾਬੂ ਸਦਾ ਲਈ। ਜੈਲਦਾਰਾਂ ਦਾ ਬਾਗ ਲਹਿੰਦੇ ਪਾਸੇ ਪਿੰਡ ਤੋਂ ਕਾਫੀ ਹਟਵਾਂ, ਡਾਂਡੇ ਮੀਂਡੇ 5-6 ਏਕੜ ਦੂਰੀ। ਸੜਕ ਵੱਲੋਂ ਕਿਲੋਮੀਟਰ ਤੋਂ ਵਧੇਰੇ। ਬਾਗ ਦੇ ਵਿਚਕਾਰ ਖੂਹ, ਬੰਬੀਆਂ ਲੱਗ ਜਾਣ ਕਾਰਨ ਬੇਆਬਾਦ ਪਿਆ। ਦੁਆਲੇ ਚੂਨੇ ਗੱਚ ਇੱਟਾਂ ਦੀ ਮੌਣ। ਦਿਨੇ ਵੀ ਲੋਕ ਇੱਧਰ ਘੱਟ ਆਉਂਦੇ, ਭੂਤਾਂ ਚੁੜੇਲਾਂ ਦੇ ਵਹਿਮ ਕਰਕੇ। 9 ਵਜੇ ਉਹ ਘਰੋਂ ਨਿਕਲਿਆ, ਪਿੰਡੋਂ ਬਾਹਰ ਆਇਆ ਤਾਂ ਲੈ ਲਿਆ ਕਲਾਵੇ 'ਚ ਪਿੱਤਲੀ ਜੀ ਧੁੰਦ ਨੇ। ਮਾਰਚ ਦੀ ਕੂਲੀ ਮਿੱਠੀ ਠੰਡ, ਕਣਕਾਂ ਲਤਾੜਦਾ ਖੇਤਾਂ 'ਚ ਤੁਰਿਆ ਗਿਆ। ਸੱਜੇ ਹੱਥ 'ਚ ਹੁਲਾਰੇ ਖਾਵੇ, ਅੱਧਾ ਵਿਸਕੀ ਦਾ ਨਸ਼ਾ ਤੇਜ਼ ਹੋਈ ਜਾਂਦਾ ਹਵਾ ਨਾਲ। ਪਹੁੰਚ ਕੇ ਬਾਗ 'ਚ ਬਹਿ ਗਿਆ ਇੱਕ ਅੰਬ ਹੇਠ। ਬਾਗ 'ਚ ਗਾੜਾ ਹਨੇਰਾ, ਬਾਰ ਮੋਬਾਈਲ ਤੋਂ ਸਮਾਂ ਵੇਖੇ, ਫਿਰ ਗਾਲਾਂ ਕੱਢਣ ਲੱਗ ਪਿਆ। ਜੇ ਆਈ ਨਾ ਸਾਲੀ ਨੂੰ ਰਾਹ ਪਾ ਦੋ, ਮਾਸ਼ੀ ਹੋ ਕੇ ਵਿਆਹ ਕਰਦੀ ਫਿਰਦੀ ਰਾਮਗੜੀਏ ਸਰਦਾਰ ਨਾਲ। ਕੁੱਤੀ ਮਾਸ਼ੀ। ਖੜਕਾ ਹੋਇਆ ਸੜਕ ਵਾਲੇ ਪਾਸੇ, ਫਿਰ ਖੜਖੜ ਹੋਈ ਸੁੱਕੇ ਪੱਤਿਆਂ ਦੀ। ਕੋਈ ਆ ਰਿਹਾ ਖੂਹ ਵੱਲ, ਉਹੀ ਹੋਣੀ ਹੈ। ਖੁਸ਼ ਹੋ ਗਿਆ ਕਾਰਜ। 4 ਘੁੱਟ ਭਰ ਕੇ ਵਿਸਕੀ ਦੇ ਅੱਗੋਂ ਦੀ ਗਿਆ। ਇੱਕ ਕਾਲਾ ਆਕਾਰ ਥੋੜਾ ਹਟਵਾਂ ਰੁਕ ਗਿਆ। ਡੇਲੇ ਅੱਡ ਕੇ ਵੇਖਿਆ, ਰੇਖਾ ਹੀ ਹੁੰਦੀ ਹੈ। ਅੱਗੇ ਹੋ ਕੇ ਜੱਫੀ ਪਾਉਣ ਲੱਗਾ, ਉਹ ਪਿੱਛੇ ਹਟਦੀ ਬੋਲੀ, ਥੋੜਾ ਅੱਗੇ ਹੋ ਜਾਈਏ, ਕੋਈ ਵੇਖ ਨਾ ਲਏ। ਆਵਾਜ਼ 'ਚ ਕੰਬਣੀ ਸੀ। ਪਾਗਲ, ਲੋਕ ਤਾਂ ਦਿਨੇ ਨਹੀਂ ਆਉਂਦੇ। ਬੋਲ ਥਿੜਕਦੇ ਸ਼ਰਾਬੀ ਕਾਰੇ ਦੇ। ਕੁੜੀ ਅੱਗੇ ਹੋ ਤੁਰੀ। ਇਸ ਸਮੇਂ ਉਹਦਾ ਦਿਮਾਗ ਸੋਚ ਰਿਹਾ ਕਿਸੇ ਹੋਰ ਗੁੰਝਲ ਬਾਰੇ। ਲੜਖੜਾਉਂਦਾ ਕਾਰਜ ਪਿੱਛੇ ਹੋ ਤੁਰਿਆ, ਡਿੱਗਣ ਕਰਦਾ ਫਿਰਦਾ, ਸੱਜੇ ਉੱਲਰਦਾ, ਕਦੇ ਖੱਬੇ। ਰੇਖਾ ਖੂਹ ਨੇੜੇ ਗਈ। ਉਹਨੇ ਸੋਚਿਆ ਨਹੀਂ ਹੁੰਦਾ ਕਾਰਜ ਇੰਨਾ ਸ਼ਰਾਬੀ ਹੋਊ। ਉਹ ਤਾਂ ਇੰਨਾ ਖਤਰਾ ਸਹੇੜ ਕੇ ਆਈ ਹੁੰਦੀ ਗੱਲ ਨਿਬੇੜਨ। ਇੰਨੇ ਸ਼ਰਾਬੀ ਨਾਲ ਕੀ ਗੱਲ ਕਰੇ। ਪਹਿਲਾਂ ਮਨ ਬਣਾਇਆ ਦੌੜ ਜਾਏ, ਪਰ ਡਰਦੀ ਕਾਰਜ ਦੇ ਰੌਲਾ ਪਾ ਦੇਣ ਤੋਂ। ਸੋਚਿਆ ਹੀ ਅੱਕ ਹੁਣ ਚੱਬਣਾ ਹੀ ਪੈਣਾ। ਉਦਾਸ ਤੇ ਗਲ ਖੁੱਭੀ ਪਰੇਸ਼ਾਨੀ 'ਚ ਬੈਠ ਗਈ ਮੌਣ ਤੇ। ਇੱਕ ਤਿੱਖਾ ਜ਼ਖਮੀ ਵਿਚਾਰ ਵਜੂਦ 'ਚੋਂ ਗੁਜ਼ਰ ਕੇ ਕਰੰਟ ਵਾਂਗ ਫਸ ਗਿਆ ਮੱਥੇ ਦੀਆਂ ਤਿਉੜੀਆਂ 'ਚ। ਦਿਲ ਧੜਕਿਆ, ਰੂਹ ਕੰਬੀ। ਕਾਰਜ ਵੀ ਬੈਠ ਗਿਆ ਨਾਲ ਜੁੜ ਕੇ। ਵਿਸਕੀ ਦੇ 2 ਘੁੱਟ ਭਰ ਕੇ ਬੋਲਿਆ, ਰੇਖਾ ਮੈਂ ਤੈਨੂੰ ਪਿਆਰ। ਸ਼ਰਾਬੀ ਤੋਂ ਬੋਲਿਆ ਨਹੀਂ ਗਿਆ। ਅਵੇਸਲੀ ਰੇਖਾ ਨੂੰ ਘੁੱਟ ਲਿਆ ਬਾਹਾਂ 'ਚ। ਰੇਖਾ ਨੂੰ ਕਚਿਆਣ ਆਈ ਉਹਦੇ ਸਾਹਾਂ 'ਚੋਂ। ਫਿਰ ਉਹ ਰੇਖਾ ਨੂੰ ਉੱਠ ਕੇ ਖਿੱਚਣ ਲੱਗਾ ਇੱਕ ਪਾਸੇ ਨੂੰ। ਭੜਥੂ ਪਾਇਆ ਹੋਇਆ ਸੈਕਸ ਨੇ ਦਿਮਾਗ 'ਚ। ਰੇਖਾ ਦੇ ਦਿਮਾਗ 'ਚ ਤੜਪ ਰਹੀਆਂ ਨੇ ਫੱਟੜ ਸੋਚਾਂ। ਆਈ ਸੀ ਮਨ ਬਣਾ ਕੇ ਕਾਰਜ ਨੂੰ ਸਮਝਾਉਣ, ਆਪਣੇ ਭਵਿੱਖ ਦਾ ਤਰਲਾ ਪਾਉਣ, ਪਰ ਹੁਣ ਕਾਰਜ ਫੇਰ ਬੈਠ ਗਿਆ ਮੌਣ ਤੇ। ਖੂਹ 'ਚ ਕੀਤੀ ਡੱਡੂਆਂ ਨੇ ਟਰੈਂ। ਰੇਖਾ ਸੁਚੇਤ ਹੋਈ। ਕਾਰਜ ਦੇ ਬੋਲ ਗੂੰਜੇ ਕੰਨਾਂ 'ਚ, ਨਾ ਆਈ ਤਾਂ ਬਦਨਾਮ ਕਰ ਦੂੰ। ਫੇਰ ਇਹ ਬੋਲ ਬਿਜਲੀ ਬਣ ਕੇ ਕੜਕਣ ਲੱਗੇ ਕੰਨਾਂ 'ਚ, ਸੋਚਾਂ 'ਚ। ਕਾਰਜ ਫੇਰ ਲੱਗ ਪਿਆ ਛੇੜਛਾੜ ਕਰਨ। ਬਾਕੀ ਬਚਦੀ ਵਿਸਕੀ ਪੀ ਕੇ ਅੱਧਾ ਮਾਰਿਆ ਭੰਵਾ ਕੇ ਖੂਹ 'ਚ। ਇਸ ਹਰਕਤ ਤੋਂ ਇੱਕ ਅਜੀਬ ਵਿਚਾਰ ਲਿਸ਼ਕਿਆ ਰੇਖਾ ਦੇ ਦਿਮਾਗ 'ਚ। ਸਰੀਰ 'ਚ ਭਰ ਗਈ ਇੰਨੀ ਸ਼ਕਤੀ, ਇੱਕ ਐਸੀ ਤਾਕਤ ਜੋ ਮੌਤ ਵੇਖ ਕੇ ਸਾਹਮਣੇ ਮਜਬੂਰ ਆਦਮੀ ਜਗਾ ਲੈਂਦਾ ਹੈ ਆਪਣੇ ਅੰਗਾਂ 'ਚ, ਆਖਰੀ ਹੀਲਾ ਸਮਝ ਕੇ। ਰੇਖਾ ਨੂੰ ਮਹਿਸੂਸ ਹੋਇਆ ਜਿਵੇਂ ਹੜ੍ਹ ਆ ਗਿਆ ਹੋਵੇ ਉਹਦੀਆਂ ਨਾੜਾਂ ਦੇ ਖੂਨ 'ਚ, ਜਿਵੇਂ ਆਉਂਦਾ ਹੈ ਤੂਫਾਨ ਦਰਿਆ 'ਚ। ਸਾਰੀਆਂ ਸੋਚਾਂ ਸਮਝਾਂ ਰੁਲ ਗਈਆਂ ਪਾਣੀ ਦੇ ਵਹਾਅ 'ਚ। ਖਿਆਲਾਂ ਦੇ ਹੱਦਾਂ ਬੰਨੇ ਵੀ ਰੁੜ ਗਏ ਤੀਲਿਆਂ ਵਾਂਗ। ਰੇਖਾ ਦਾ ਸਰੀਰ ਸਟੀਲ ਹੋ ਗਿਆ, ਹੁਣੇ ਫੁਰਿਆ ਪੁਰਨਾ ਬਦਲ ਗਿਆ ਪੱਕੇ ਇਰਾਦੇ 'ਚ। ਸੋਚਦੀ ਇਹ ਮੌਕਾ ਮੁੜ ਕਦੇ ਹੱਥ ਨਹੀਂ ਆਉਣਾ। ਰੇਖਾ ਮੌਕਾ ਸਾਂਭ, ਨਹੀਂ ਤਾਂ ਪਛਤਾਏਂਗੀ ਸਾਰੀ ਉਮਰ। ਰੇਖਾ ਫੁਰਤੀ ਨਾਲ ਉੱਠ ਕੇ ਬੈਠ ਗਈ ਹੇਠਾਂ। ਕਾਰਜ ਫੇਰੀ ਜਾਂਦਾ ਹੱਥ ਉਹਦੀ ਕੰਡ ਤੇ। ਕੁੜੀ ਨੇ ਫੜ ਕੇ ਪੂਰੀ ਤਾਕਤ ਨਾਲ ਦੋਵਾਂ ਗਿੱਟਿਆਂ ਨੂੰ ਹੁਜਕਾ ਮਾਰਿਆ ਪਿੱਛੇ ਨੂੰ। ਧੜਮ ਕਰਦਾ ਕਾਰਜ ਅੰਨੇ ਖੂਹ 'ਚ ਡਿੱਗਾ। ਪਲ ਦੀ ਪਲ ਗੁੜ ਹੋਈ, ਫਿਰ ਚੁੱਪ ਚਾਂ ਹੋ ਗਈ। ਕੋਚਰੀ ਬੋਲੀ ਅੰਬ ਦੀ ਟੀਸੀ ਤੋਂ,
ਡਰ ਤੇ ਸਹਿਮ ਹੋ ਗਏ ਹੋਰ ਸੰਘਣੇ। ਬੁੱਲ ਟੁੱਕਦੀ ਬੇਧਿਆਨੀ ਹੋਈ ਬਾਹਰ ਨਿਕਲੀ, ਖੌਫਨਾਕ ਅਹਿਸਾਸ ਚੋਂ। ਦਿਲ ਡਰਿਆ, ਕੰਬਿਆ, ਜਿਵੇਂ ਕਿਸੇ ਵੇਖ ਲਿਆ ਹੋਵੇ। ਅੱਖਾਂ ਚੌੜੀਆਂ ਕਰਕੇ ਜਾਇਜ਼ਾ ਲਿਆ ਆਸੇ-ਪਾਸੇ ਦਾ। ਹਨੇਰੇ ਤੋਂ ਬਗੈਰ ਹੁੰਦਾ ਨਹੀਂ ਕੁਝ ਵੀ। ਥੋੜਾ ਹੌਸਲੇ 'ਚ ਹੋ ਗਈ। ਉਹਦਾ ਅਤੀਤ ਉਛਲ ਕੇ ਵਰਤਮਾਨ ਨੂੰ ਨਿਕਲ ਗਿਆ। ਉਹ ਹਮੇਸ਼ਾ ਖੇਡਦੀ ਰਹੀ ਹੁੰਦੀ ਏ ਵਿਰੋਧੀ ਖਤਰਿਆਂ ਨਾਲ। ਅਗਲੇ ਪਲ ਰੇਖਾ ਬਾਗੋਂ ਬਾਹਰ। ਉਹਨੇ ਮਹਿਸੂਸ ਕੀਤਾ ਖਲੋ ਗਿਆ ਸੀ ਹਨੇਰਾ ਹੋ ਕੇ ਗਾੜਾ। ਸਾਹਮਣੇ ਠੋਸ ਕੰਧ ਵਾਂਗ ਉਹਨੇ ਸਿਰ ਟਿਕਾਇਆ। ਕੰਧ ਨਾਲ ਤਾਂ ਸੋਚਾਂ ਵੀ ਹੋ ਗਈਆਂ ਹਨੇਰੇ ਦਾ ਅੰਗ। ਦਿਲ ਧੜਕਦਾ, ਬੁੱਲ ਸੁੱਕੇ ਹੋਏ। ਪਲ ਦੀ ਪਲ ਖਲੋ ਕੇ ਡੂੰਘਾ ਸਾਹ ਭਰਿਆ, ਆਪੇ ਨੂੰ ਸਹਿਜ ਕੀਤਾ। ਬੀਤੀ ਘਟਨਾ ਨੂੰ ਭੁੱਲਣ ਦੀ ਕੋਸ਼ਿਸ਼ ਕੀਤੀ। ਉਹਨੇ ਸਾਹਮਣੇ ਵੇਖਿਆ ਹਨੇਰੇ 'ਚ ਡੁੱਬੀ ਸੜਕ ਵੱਲ। ਕੋਈ ਵੀ ਨਹੀਂ ਸੀ। ਸ਼ਾਇਦ ਉਹ ਡਰ ਗਈ ਸੀ। ਲੰਘ ਚੁੱਕੇ ਪਲ ਦੀ ਭਿਆਨਕਤਾ ਤੋਂ ਨੈਣਾਂ 'ਚ ਜੰਮੇ ਖੌਫ ਦੀ ਧਾਰ ਕੁੰਡੀ ਹੋ ਗਈ। ਉਹਨੇ ਸਿਰ ਝਟਕ ਕੇ ਸੋਚਾਂ ਖਿਲਾਰ ਦਿੱਤੀਆਂ ਅੰਬਰ ਦੇ ਤਾਰਿਆਂ ਵਾਂਗ। ਕਣਕ 'ਚੋਂ ਆਪਣਾ ਸਾਈਕਲ ਚੁੱਕਿਆ, ਚੁੱਪਚਾਪ ਆਵੜੀ ਘਰ। ਕਾਂਡ 18। ਸੀਰਤ ਨੇ ਬਚਪਨ ਗੁਜ਼ਾਰਿਆ ਭੂਆ ਕੋਲ ਬਟਾਲੇ। ਹੋਸ਼ ਸੰਭਾਲਣ ਤੋਂ ਪਹਿਲਾਂ ਬੜਾ ਸ਼ਾਂਤਮਈ ਹੁੰਦਾ ਏ ਉਹਦਾ ਜੀਵਨ, ਸਕੂਨ ਭਰਪੂਰ। 8ਵੀਂ 'ਚ ਹੋਇਆ ਤਾਂ ਲੈ ਆਈ ਦਮੋਂ ਭਾਰੋਵਾਲ। ਦਾਖਲ ਕਰਾਤਾ ਇੱਕ ਪ੍ਰਾਈਵੇਟ ਸਕੂਲ 'ਚ ਕਲਾਨੌਰ। ਮੰਮੀ ਹੁੰਦੀ ਏ ਸਾਰੇ ਰਿਸ਼ਤੇ ਉਸ ਲਈ। ਆ ਪੁੱਜਾ ਸੀ ਸੀਰਤ ਉਸ ਉਮਰ 'ਚ ਜਦੋਂ ਸਬੰਧ ਬਣਾਉਂਦੇ ਹਨ ਬੱਚੇ ਆਪਣੇ ਆਲੇ ਦੁਆਲੇ ਦੇ ਸਮਾਜ ਨਾਲ। ਕਿੰਨੀ ਖੁਸ਼ੀ ਹੁੰਦੀ ਦਮੋਂ ਜੇ ਵੇਖਦੀ ਉਸ ਸੀਰਤ ਨੂੰ। ਦੂਜੇ ਬੱਚਿਆਂ ਨਾਲ ਖੇਡਦੇ ਉਹ ਫੱਟ ਪਛਾਣ ਲੈਂਦੀ ਆਵਾਜ਼ ਆਪਣੇ ਪੁੱਤ ਦੀ। ਦਰਜਨਾਂ ਬੱਚਿਆਂ ਦੀਆਂ ਮਿਲੀਆਂ ਜੁਲੀਆਂ ਆਵਾਜ਼ਾਂ 'ਚੋਂ ਸੁਣ ਲੈਂਦੀ ਸਪਸ਼ਟ। ਝੱਟ ਪਛਾਣ ਲੈਂਦੀ ਸੀਰਤ ਦੇ ਘੁੰਗਰੂਆਂ ਵਰਗੇ ਹਾਸੇ ਨੂੰ, ਖੇਡਾਂ 'ਚ ਮਸਤ ਬੱਚਿਆਂ ਦੀਆਂ ਕਿਲਕਾਰੀਆਂ 'ਚੋਂ। ਪਰ ਇਹ ਸਭ ਸੀ ਨਾਮੁਮਕਿਨ। ਸੀਰਤ ਤਾਂ ਭਾਗਾ ਸੀ ਜਨਮ ਤੋਂ ਹੀ ਛੇਕ ਦਿੱਤਾ ਹੋਇਆ ਸਮਾਜ ਨੇ ਆਪਣੇ 'ਚੋਂ। ਸਮਝਿਆ ਜਾਂਦਾ ਉਹਨੂੰ ਨਿਸ਼ਾਨੀ ਸਾਰੇ ਪਿੰਡ ਦੇ ਮੱਥੇ ਤੇ ਕਲੰਕ ਦੀ। ਨਹਿਸ਼ ਤੇ ਪਨੌਤੀ ਮੰਨਦੇ ਸਨ ਲੋਕ ਸਾਰੇ। ਕੋਈ ਹੱਕ ਨਹੀਂ ਸੀ ਉਹਨੂੰ ਆਪਣੀ ਹਾਣੀਆਂ ਨਾਲ ਖੇਡਣ ਦਾ। ਸੀਰਤ ਨੇ ਆਪਣੀ ਜਮਾਂਦਰੂ ਅਕਲ ਤੇ ਕੁਦਰਤੀ ਪਹਿਚਾਣ ਨਾਲ ਕਰ ਲਿਆ ਸੀ ਮਹਿਸੂਸ ਕਿ ਉਹਦੇ ਤੇ ਦੂਜੇ ਬੱਚਿਆਂ ਵਿਚਕਾਰ ਕੋਈ ਫਰਕ ਸੀ ਅਜਿਹਾ ਜਿਹਨੂੰ ਨਹੀਂ ਸੀ ਮਿਟਾਇਆ ਜਾ ਸਕਦਾ। ਉਹਦਾ ਬਣਦਾ ਗਿਆ ਇੱਕ ਵੱਖਰਾ ਸੰਸਾਰ, ਛੋਟਾ ਤੇ ਤੰਗ ਜਿਹਾ, ਕਰੁਣਾਮਈ ਤੇ ਅਨੋਖੇ ਦਰਦ ਨਾਲ ਭਰਪੂਰ। ਆਪਣੇ ਅਸਲੇ ਬਾਰੇ ਉੱਕਾ ਅਣਜਾਣ, ਮਾਂ-ਬਾਪ ਦੀ ਪਿਆਰ ਕਹਾਣੀ ਤੋਂ ਦੂਰ, ਅਣਭਿੱਜ। ਤੇ ਜਦੋਂ ਆਉਣ ਲੱਗ ਪਈ ਸਮਝ ਵਿਅੰਗਮਈ ਬੋਲੀ ਦੀ, ਚੀਰ ਪਾ ਦਿੰਦੇ ਕਾਲਜੇ ਤੇ ਸ਼ਬਦਾਂ ਦੇ ਲੁਕਵੇਂ ਅਰਥ, ਕਰ ਦਿੰਦੇ ਅੱਧ ਮਰਿਆ ਕੋਝੇ ਤੇ ਟੇਢੇ ਫਿਕਰੇ। ਸ਼ਰਮ ਨਾਲ ਹੋ ਜਾਂਦਾ ਲਾਲੋ ਲਾਲ, ਭੱਖ ਪੈਂਦਾ ਗੁੱਸੇ ਨਾਲ। ਪੈ ਗਿਆ ਬਖੇੜਾ ਫਿਰ ਅਜੀਬ, ਨਿਵੇਕਲੀ ਕਿਸਮ ਦਾ। ਪਹਿਲਾਂ ਤੋਂ ਹੀ ਹੋਊ ਉਹਦੀ ਸਮਝ, ਪਰ ਹੁਣ ਆਉਣ ਲੱਗਾ। ਅਜੀਬ ਆਵਾਜ਼ਾਂ ਆਉਂਦੀਆਂ ਆਸੇ-ਪਾਸੇ ਤੋਂ, ਬੜੀਆਂ ਬੇਸ਼ਰਮ ਤੇ ਨੰਗੀਆਂ, ਕਾਟਵੀਆਂ, ਟਾਂਚਵੀਆਂ, ਤੇਜ਼ਾਬੀ ਹਾਸਾ ਹੱਸਦੀਆਂ। ਹੌਲੀ-ਹੌਲੀ ਆ ਗਈ ਹਕੀਕਤ ਸਾਹਮਣੇ। ਉਹਦੇ ਹਾਣੀਆਂ ਨੂੰ ਬੁਲਾਉਂਦੇ ਲੋਕ ਹੋਰ ਤਰ੍ਹਾਂ, ਉਹਨੂੰ ਹੋਰ ਨਜ਼ਰ ਨਾਲ ਵੇਖਦੇ, ਸਲੂਕ ਕਰਦੇ। ਹਰਾਮ ਦਾ, ਕੁਆਰੀ ਮਾਂ ਦਾ ਮੁੰਡਾ, ਚੋਰੀ ਦਾ ਤੁਖਮ, ਯਾਰਾਨੇ ਦਾ ਫਲ ਆਦਿ ਸ਼ਬਦ ਉਪਨਾਮ ਬਣ ਗਏ ਉਹਦਾ। ਦਮੋਂ ਦੇ ਰਹੇ ਪੁਰਾਣੇ ਆਸ਼ਕ ਆਉਂਦੇ ਜਾਂਦੇ ਨੂੰ ਖਿਲਾਰ ਲੈਂਦੇ ਰਾਹ 'ਚ। ਅਸ਼ਲੀਲ ਤੇ ਗੰਦੇ ਸਵਾਲ ਪੁੱਛਦੇ, ਲੱਗ ਜਾਂਦੇ ਬਾਲ ਮਨ ਤੇ ਹੋਰ ਡੂੰਘੇ ਫੱਟ। ਕਿਤੇ ਵੀ ਚਾਰ ਮੁੰਡੇ ਇਕੱਠੇ ਹੁੰਦੇ, ਹੱਸਦੇ ਖੇਡਦੇ, ਹੁੱਲੜਬਾਜੀ ਕਰਦੇ। ਭਾਵੇਂ ਕੋਈ ਨਾਮ ਵੀ ਨਾ ਲੈਂਦਾ ਸੀਰਤ ਦਾ, ਪਰ ਮਨੋਵਿਗਿਆਨਕ ਤੌਰ ਤੇ ਹੀ ਉਹ ਹਰ ਥਾਂ ਹਾਜ਼ਰ ਸਮਝ ਲੈਂਦਾ ਆਪਣੇ ਆਪ ਨੂੰ। ਵਹਿਮੀ ਹੁੰਦਾ ਜਾਂਦਾ, ਝੱਟ ਹੋ ਜਾਂਦਾ ਐਬਨੋਰਮਲ, ਲੁਕਦਾ ਫਿਰਦਾ ਚਾਨਣ ਤੋਂ ਵੀ, ਡਰਿਆ ਹਨੇਰੇ ਦਾ। ਖਿਜਿਆ ਤੰਗ ਆਇਆ, ਸੋਚਦਾ ਡੁੱਬ ਕਿਉਂ ਨਹੀਂ ਜਾਂਦੀ ਹਨੇਰੇ 'ਚ ਸਾਰੀ ਦੁਨੀਆ। ਨਾ ਕੋਈ ਮੈਨੂੰ ਵੇਖੇ, ਨਾ ਮਜ਼ਾਕ ਕਰੇ। ਕੁਦਰਤ ਨੇ ਸੌਂਪਿਆ ਸੀ ਦਮੋਂ ਨੂੰ ਇੱਕ ਕੋਮਲ ਪੌਦਾ ਸੀਰਤ ਦੇ ਰੂਪ 'ਚ, ਤਾਂ ਕਿ ਕਰਕੇ ਉਹਲਾ ਆਪਣੇ ਪਿੰਡੇ ਦਾ ਉਹਨੂੰ ਪਾਲਦੀ ਰਹੇ। ਭੈੜੇ ਹਾਲਤਾਂ ਦੇ ਮੌਸਮਾਂ 'ਚ ਇੱਕ ਵੀ ਬੰਦਾ ਨਹੀਂ ਸੀ ਉਹਦੇ ਹੱਕ 'ਚ ਪਿੰਡ ਦਾ। ਸੰਜਮ 'ਚ ਨਹੀਂ ਰਹੀ ਸੀ ਮਾਂ ਦੀ ਕਾਮ ਵਾਸ਼ਨਾ, ਇਸ ਲਈ ਗੜਬੜ ਹੋਣੀ ਸੀਰਤ ਦੇ ਸੁਭਾਅ 'ਚ ਕੁਦਰਤੀ ਸੀ। ਜਦੋਂ ਵੀ ਕਦੇ ਲੰਘਦਾ ਪਿੰਡ ਵਿੱਚ ਦੀ, ਸਾਰਾ ਪਿੰਡ ਉੱਤੇ ਹੱਸਦਾ ਮਹਿਸੂਸ ਹੁੰਦਾ। ਗਲੀਆਂ ਦੀਵਾਰਾਂ 'ਚੋਂ ਜ਼ਹਿਰ ਫੁੱਟਣ ਲੱਗਦਾ। ਗੋਲੇ ਵਰਦੇ ਅੱਗ ਦੇ ਉਹਦੇ ਜਿਸਮ ਤੇ, ਨਾਜ਼ੁਕ ਪਿੰਡੇ ਦੀਆਂ ਰੀਝਾਂ ਤੇ। ਕਈ ਵਾਰ ਪੁੱਛਿਆ ਦਮੋਂ ਨੂੰ, ਮੰਮੀ ਜੀ ਹਰਾਮ ਦਾ ਕੌਣ ਹੁੰਦਾ? ਤਰਾਹ ਨਿਕਲ ਗਿਆ ਮਾਂ ਦਾ। ਭਾਰ ਆਏ ਹੰਝੂ ਡੁੱਲ ਗਏ ਅੰਦਰ ਦਿਲ ਤੇ। ਆਖਿਆ ਮੱਥਾ ਚੁੰਮ ਕੇ, ਬੇਟਾ ਹੋਰ ਵੱਡਾ ਹੋ ਲੈ, ਪਤਾ ਲੱਗ ਜੂ। ਝੂਠ ਬੋਲਦੇ ਲੋਕ, ਕਿਸੇ ਕੋਲ ਖੜਿਆ ਨਾ ਕਰ ਬਹੁਤਾ। ਦਮੋਂ ਹੋ ਜਾਂਦੀ ਪੀਲੀ ਜ਼ਰਦ, ਇੱਕਦਮ ਬੇਜਾਨ ਤੇ ਮੁਰਦਾ। ਫਿਰ ਨਫ਼ਰਤ ਹੋਣ ਲੱਗ ਪਈ ਸੀਰਤ ਨੂੰ, ਆਪਣੇ ਆਪ ਨਾਲ, ਲੋਕਾਂ ਨਾਲ, ਯਾਰਾਂ ਦੋਸਤਾਂ ਨਾਲ ਵੀ। ਦੱਬਿਆ ਘੁੱਟਿਆ ਬੈਠਦਾ ਕਲਾਸ ਵਿੱਚ। ਮਨ ਪੜ੍ਹਾਈ ਤੋਂ ਚੁੱਕਿਆ ਗਿਆ। ਅੰਦਰੇ ਅੰਦਰ ਵਿਸ ਘੋਲਦਾ ਹੋ ਜਾਂਦਾ ਘਰ, ਉਦਾਸ ਤੇ ਨਿਰਾਸ਼। ਹਾਣੀ ਮੁੰਡਿਆਂ ਦੇ ਸਲੂਕ 'ਚੋਂ ਆਉਂਦੀ ਵਿਤਕਰੇ ਦੀ ਬਦਬੂ। ਸੜਿਆ ਬਲਿਆ ਰਹਿੰਦਾ ਆਪਣੇ ਖੋਲ 'ਚ ਸਿਮਟਿਆ। ਇੰਨੇ ਸਾਲਾਂ 'ਚ ਉਹਦਾ ਦਿਲ ਤੇ ਦਿਮਾਗ ਚੜੇ ਰਹੇ ਸੂਲੀ ਨਮੋਸ਼ੀ ਤੇ ਨਫ਼ਰਤ ਦੀ।
ਹਾਲੋਂ ਬੇਹਾਲ ਹੋਈ ਫੱਟੜ ਰੂਹ ਤੜਫਦੀ, ਕਿਧਰੇ ਭੱਜ ਜਾਣ ਬਾਰੇ ਸੋਚਿਆ ਕਈ ਵਾਰ, ਪਰ ਹਿੱਲਣ ਨਾ ਦਿੱਤਾ ਮਾਂ ਦੇ ਪਿਆਰ ਨੇ। ਫਿਰ ਉਹ ਲੋਕਾਂ ਦੀਆਂ ਗੱਲਾਂ ਤੋਂ ਆਸੇ-ਪਾਸੇ ਤੋਂ ਸਮਝ ਗਿਆ ਮੰਮੀ ਡੈਡੀ ਦੀ ਪਿਆਰ ਕਹਾਣੀ, ਆਪਣੇ ਜਨਮ ਦੇ ਹਾਲਤਾਂ ਨੂੰ ਜਾਣ ਗਿਆ। ਜਦੋਂ ਹੋਰ ਸਿਆਣਾ ਹੋਇਆ, ਦਮੋਂ ਲੱਗੀ ਡਰਨ ਉਹਦੀਆਂ ਪੁੱਛਾਂ ਤੋਂ। ਇੱਕ ਦਿਨ ਕਹਿਣ ਲੱਗੀ, ਤੂੰ ਇੰਨਾ ਪੜ੍ਹਿਆ ਲਿਖਿਆ ਹੈ, ਸਿਆਣਾ ਵੀ, ਤੈਨੂੰ ਪਤਾ ਹੋਣਾ ਚਾਹੀਦਾ ਦੁਨੀਆ 'ਚ ਕਈ ਨਜਾਇਜ਼ ਰਿਸ਼ਤੇ ਹੁੰਦੇ ਨੇ, ਐਸੇ ਵੀ ਜੋ ਸਮਾਜ ਦੇ ਜਾਇਜ਼ ਰਿਸ਼ਤਿਆਂ ਤੋਂ ਕਿਤੇ ਚੰਗੇ, ਸੋਹਣੇ ਤੇ ਵਿਸ਼ਵਾਸ ਵਾਲੇ ਹੁੰਦੇ ਨੇ। ਇੱਕ ਅਨੋਖੀ ਪੀੜ ਲਿਪੀ ਜਾਂਦੀ ਉਹਦੇ ਚਿਹਰੇ ਤੇ। ਸੀਰਤ ਫੀਲ ਕਰਦਾ ਲੋਕਾਂ ਦੀਆਂ ਟੀਰੀਆਂ ਨਜ਼ਰਾਂ ਦੇ ਅੰਗਿਆਰ ਹਰ ਥਾਂ ਉਹਨੂੰ ਸਾੜਦੇ, ਅੱਗ ਵਰਸਾਉਂਦੇ। ਉਸ ਕਦੇ ਨਾ ਵੇਖੀ ਕਿਸੇ ਅੱਖ 'ਚ ਹਮਦਰਦੀ, ਪਿਆਰ ਜਾਂ ਤਰਸ ਦਾ ਭੋਰਾ। ਉਹ ਆਪਣੀ ਕੱਲ 'ਚ ਜਿਉਂਦਾ, ਆਪਣਾ ਸਹਾਰਾ ਆਪ ਬਣ ਕੇ। ਹਰਾਮ ਦਾ, ਯਾਰਾਨੇ ਦਾ ਤੁਖਮ ਦੋ ਸ਼ਬਦਾਂ ਵਿਚਾਲੇ ਖੜਾ ਹੁੰਦਾ। ਹੈਰਾਨ ਹੋਇਆ ਸੀਰਤ। ਇੱਕ ਸ਼ਬਦ ਦੇ ਮੂੰਹ ਵੱਲ ਵੇਖਦਾ, ਕਦੇ ਦੂਜੇ ਦੇ। ਦੋਵੇਂ ਸ਼ਬਦ ਖਾਮੋਸ਼, ਗੂੰਗੇ ਪਰ ਭਿਆਨਕ। ਦੋਵੇਂ ਸ਼ਬਦ ਬਣਨ ਲੱਗ ਪਏ ਜ਼ਹਿਰ ਦੇ ਅੰਬਾਰ, ਅੱਗ ਦੇ ਅੰਗਿਆਰ। ਉਹ ਇਹਨਾਂ ਦੇ ਭਾਰ ਹੇਠ ਜਾਣ ਲੱਗਾ, ਕੁਚਲਿਆ, ਦਰੜਿਆ। ਰੁੱਖੀ ਰੋਟੀ ਵਰਗੀ ਹੁੰਦੀ ਏ ਜ਼ਿੰਦਗੀ ਸੀਰਤ ਦੀ। ਅੰਨ ਖਾਧਾ ਜਾਂਦਾ ਹੋਵੇ ਜਿਵੇਂ ਜਿਉਂਦੇ ਰਹਿਣ ਲਈ ਵੀ, ਸਵਾਦ ਵਾਸਤੇ ਨਹੀਂ। ਸੋਚਦਾ ਮੇਰੇ ਨਾਲ ਤਾਂ ਚੰਗੇ ਨੇ ਪਸ਼ੂ ਪੰਛੀ ਵੀ, ਉਹਨਾਂ ਨੂੰ ਪਿਆਰ ਤਾਂ ਲੋਕ ਕਰਦੇ ਨੇ। ਮੰਮੀ ਤੇ ਰੇਖਾ ਬਗੈਰ ਕੋਈ ਨਹੀਂ ਕਰਦਾ ਮੈਨੂੰ ਮੁਹੱਬਤ। ਡੈਡੀ ਵੀ ਕਰਦਾ ਉੱਪਰੇ ਬੇਗਾਨੇ ਵਾਂਗ ਹੀ, ਦਿਲੋਂ ਨਹੀਂ। ਉਹਨੂੰ ਗਲੀਆਂ ਦੇ ਕੱਖ ਵੀ ਮਜ਼ਾਕ ਕਰਦੇ ਲੱਗਦੇ, ਜੋ ਕੌੜਾ ਹਾਸਾ ਹੱਸਦੇ, ਉੱਚੀ ਉੱਚੀ ਚੀਕਦੇ, ਹਰਾਮ ਦਾ। ਘਰੋਂ ਬਾਹਰ ਉਹਨੂੰ ਕਰਨਾ ਪੈਂਦਾ ਤਿੱਖਾ ਟੱਕਰਾ, ਵੱਡਾ ਸੰਘਰਸ਼ ਹੁੰਦਾ। ਕਿਤੇ ਬੈਠਿਆਂ ਜਾਂ ਤੁਰਿਆ ਜਾਂਦਾ ਮਹਿਸੂਸ ਹੁੰਦਾ ਜਿਵੇਂ ਪਿੱਠ 'ਚ ਛੁਰੇ ਵੱਜਦੇ ਹੋਣ। ਕੁਝ ਮਖੌਲਾਂ ਦੇ, ਨਫ਼ਰਤ ਤੇ ਵਿਅੰਗ ਦੇ। ਇਹ ਮਾਨਸਿਕ ਰੋਗ ਆਏ ਦਿਨ ਹੁੰਦਾ ਜਾਂਦਾ, ਹੋਰ ਵੀ ਮਾਰੂ ਤੇ ਗਹਿਰਾ। ਰੂਹ ਨੂੰ ਆਰੇ ਵਾਂਗ ਚੀਰਦਾ, ਤੇਜ਼ਾਬ ਵਾਂਗ ਸਾੜਦਾ। ਕੁਆਰੀ ਮਾਂ ਦੀ ਕੁੱਖੋਂ ਪੈਦਾ ਹੋਣ ਦਾ ਜ਼ਖਮੀ ਅਹਿਸਾਸ ਕਾਰਨ ਹੁੰਦਾ ਜਈ ਮਾਨਸਿਕਤਾ ਦਾ। ਲੂਣ ਵਾਂਗ ਖੁਰਦਾ ਜਾਂਦਾ, ਤਾਣੀ ਵਾਂਗ ਉਲਝਦਾ ਜਾਂਦਾ, ਗਲਤ ਮਲਤ ਸੋਚ ਕੇ। ਇਹ ਸਮਝ ਰੱਖਦਾ ਵੀ ਇਹ ਛੇਕਿਆ ਹੋਇਆ ਜੀ ਹੈ ਪਿੰਡ ਦਾ, ਸਮਾਜਿਕ ਬਾਈਕਾਟ ਦਾ ਰੋਲਿਆ ਘਚੋਲਿਆ ਰੱਕੜ, ਬੰਜਰ, ਮਾਰੂਥਲ, ਸਹਾਰਾ ਰੇਗਿਸਤਾਨ ਵਰਗਾ, ਜਿੱਥੇ ਸੜਦੇ ਸੁੱਕਦੇ ਜਾਂਦੇ ਉਹਦੇ ਰੰਗੀਨ ਸੁਪਨੇ, ਸੁੰਦਰ ਜੀਵਨ। ਇੱਕ ਗੁੰਝਲਦਾਰ ਸਵਾਲ ਦੇ ਮਾਰੂ ਦੰਦਿਆਂ ਨਾਲ ਉਲਝਿਆ ਰਹਿੰਦਾ ਰਾਤ ਦਿਨ। ਉਹ ਤੜਫਦਾ, ਕੁਰਲਾ ਉੱਠਦਾ। ਆਖਰ ਮੇਰਾ ਕਸੂਰ ਕੀ ਹੈ? ਮੰਮੀ ਤੇ ਪਾਪੇ ਦੀ ਮੁਹੱਬਤ ਸੀ, ਉਹਨਾਂ ਦੀ ਜਵਾਨੀ ਦੇ ਤਾਅ ਦੇ ਸੂਰਜ ਦੀ ਗਰਮੈਸ਼ ਨਾਲ। ਜੇ ਮੈਂ ਗਲਤੀ ਨਾਲ ਪੈਦਾ ਹੋ ਪਿਆ ਤਾਂ ਕੀ ਕਸੂਰ ਸਾਡਾ ਤਿੰਨਾਂ ਦਾ? ਕੁਦਰਤੀ ਵਰਤਾਰਾ ਇੰਝ ਹੀ ਵਾਪਰਨਾ ਸੀ। ਮੇਰੇ ਦੁਆਲੇ ਸਮਾਜ ਨੇ ਉਸਾਰ ਦਿੱਤੀਆਂ ਬੇਗਿਣਤ ਉੱਜਾਂ, ਤੋਹਮਤਾਂ ਦੀਆਂ ਕੰਧਾਂ। ਸੀਰਤ ਦਾ ਲੂੰ ਧੜਕਦਾ, ਟੁੱਟੇ ਹੋਏ ਦਿਲ ਵਾਂਗ। ਸਮੇਂ ਨਾਲ ਸੀਰਤ ਹੋ ਗਿਆ ਹੋਰ ਵੱਡਾ ਵੀ, ਸਿਆਣਾ ਵੀ। ਹੁਣ ਉਹ ਦਲੀਲ ਨੂੰ ਪੁੱਠ ਚਾੜ ਕੇ ਤਰਕਦੀ ਸਾਬਤ ਕਰ ਸਕਦਾ ਸੀ, ਗਲਤ ਜਾਂ ਠੀਕ। ਕਦੇ ਯਾਦ ਆ ਜਾਂਦੀ ਕਿਸੇ ਗੱਲ ਨੂੰ, ਬਰੀਕੀ ਨਾਲ ਸੋਚਦਾ। ਸਰੀਰਕ ਸੰਬੰਧ ਅੱਵਲ ਤਾਂ ਕਦੇ ਨਜਾਇਜ਼ ਹੁੰਦੇ ਹੀ ਨਹੀਂ। ਜਦੋਂ ਕੁੜੀ ਮੁੰਡਾ ਪਿਆਰ ਹੋਣ ਕਰਕੇ ਆਉਂਦੇ ਨੇ ਇੱਕ ਦੂਜੇ ਦੇ ਨੇੜੇ ਆਪਣੀ ਮਰਜ਼ੀ ਨਾਲ, ਸਹਿਮਤੀ ਨਾਲ, ਫਿਰ ਉਹ ਰਿਸ਼ਤਾ ਨਜਾਇਜ਼ ਕਿਵੇਂ ਹੋਇਆ? ਜਾਂ ਤਾਂ ਡੱਕ ਲਵੇ ਸਮਾਜ ਮੁਹੱਬਤ ਕਰਦੇ ਜੋੜਿਆਂ ਨੂੰ, ਪਾ ਦੇਵੇ ਉਹਨਾਂ ਨੂੰ ਦੁਆਗਾ ਸਮਾਜਿਕ ਰੀਤਾਂ ਦਾ। ਸੀਰਤ ਨੂੰ ਬੜਾ ਤਰਸ ਆਉਂਦਾ ਮੰਮੀ ਤੇ। ਉਹ ਬਹਾਦਰ ਮੰਨਦਾ ਮਾਂ ਨੂੰ, ਸੋਚਦਾ ਨਸ਼ਟ ਵੀ ਕਰ ਸਕਦੀ ਸੀ ਮੇਰੇ ਭਰੂਣ ਨੂੰ ਆਸਾਨੀ ਨਾਲ, ਪਰ ਉਹਨੇ ਖਿੜੇ ਮੱਥੇ ਝੱਲ ਕੇ ਬਦਨਾਮੀ ਸਮਾਜ ਦੀ ਮੇਰੇ ਵਜੂਦ ਨੂੰ ਲਿਆਂਦਾ ਦੁਨੀਆ 'ਚ। ਜ਼ਿੰਦਗੀ ਸਿਰ ਤੇ ਚੁੱਕੀ ਘਾਹ ਦੀ ਪੰਡ ਨਹੀਂ ਸੀ, ਭਾਰ ਲੱਗਣ ਤੇ ਜੋ ਮਾਰੀ ਜਾਂਦੀ ਵਗਾ ਕੇ ਹੇਠਾਂ। ਜਿਹੋ ਜਿਹੀ ਵੀ ਹੈ ਸੀ, ਜਿਉਣੀ ਪੈਣੀ ਸੀ, ਰੋ ਕੁਰਲਾ ਕੇ ਵੀ, ਹੱਸ ਖੇਡ ਕੇ ਵੀ। ਟੋਏ ਦੇ ਪਾਣੀ ਵਾਂਗ ਯਥਾਰਥਕ ਜ਼ਿੰਦਗੀ ਦੇ ਸੱਚ ਨੇੜੇ ਨਹੀਂ ਸੀ। ਰੇਖਾ ਮਾਰ ਕੇ ਕਾਰਜ ਨੂੰ ਕੁਝ ਦਿਨ ਰਹੀ ਘਾਰੀ, ਪਰ ਫਿਰ ਡੋਲ ਗਿਆ ਦਿਲ। ਉਹ ਕੋਠੀ 'ਚ ਹੀ ਰਹਿਣ ਲੱਗ ਪਈ। ਜਦੋਂ ਟੁੱਟ ਗਈ ਪੂਰੀ ਪਿਆਰ ਤੋਂ, ਕੋਠੀ 'ਚ ਆ ਕੇ ਵੀ ਲੰਮਾ ਸਮਾਂ ਤੜਫਦੀ ਰਹੀ। ਕਈ ਦਿਨ ਮਰਿਆ ਕਾਰਜ ਆਉਂਦਾ ਰਿਹਾ ਸੁਪਨੇ 'ਚ। ਬਹੁਤ ਡਰ ਜਾਂਦੀ, ਪੁਲਿਸ ਦਿਸਦੀ ਸਾਹਮਣੇ, ਕਦੇ ਜੇਲ੍ਹ, ਕਦੇ ਕਾਰਜ ਦੀ ਲਾਸ਼। ਕੁਝ ਸਮਾਂ ਬੀਤ ਗਿਆ ਮਾਨਸਿਕ ਟੁੱਟ ਭੱਜ 'ਚ। ਆਪਣੇ ਸੁਭਾਅ ਅਨੁਸਾਰ ਫਿਰ ਉਹ ਸੰਭਲ ਗਈ। ਸੋਚਦੀ ਕੁਛ ਨਹੀਂ ਹੁੰਦਾ, ਜੇ ਹੋਣਾ ਹੁੰਦਾ ਤਾਂ ਹੁਣ ਨੂੰ ਮੌਕੇ ਦਾ ਗਵਾਹ ਤਾਂ ਹੈ ਕੋਈ ਨਹੀਂ। ਕਿਸੇ ਤੀਜੀ ਨੂੰ ਪਤਾ ਵੀ ਨਹੀਂ ਬਾਗ 'ਚ ਜਾਣ ਦਾ। ਲਾਸ਼ ਲੱਭ ਵੀ ਪਵੇ, ਕੀ ਭਰੋਸਾ ਆਪੇ ਡਿੱਗ ਪਿਆ ਸ਼ਰਾਬੀ ਹੋਇਆ ਕਿ ਖੁਦਕੁਸ਼ੀ ਕੀਤੀ ਹੈ। ਮੈਂ ਮੂਰਖ ਐਵੇਂ ਡਰੀ ਜਾਂਦੀ ਹਾਂ। ਫਿਰ ਸੋਚਣ ਲੱਗੀ ਹੋਰ ਤਰ੍ਹਾਂ। ਹੋਏ ਬੀਤੇ ਨੂੰ ਸਮਝ ਲਿਆ ਇੱਕ ਸੁਪਨਾ, ਇੱਕ ਬਾਵਰੋਲਾ। ਹੌਸਲਾ ਕਰਕੇ ਫਿਰ ਜਾਣ ਲੱਗ ਪਈ ਕਾਲਜ, ਰੁੱਝ ਗਈ ਕਿਤਾਬਾਂ 'ਚ। ਕੋਠੀ 'ਚ ਆ ਕੇ ਰੇਖਾ ਨੇ ਤਾੜਿਆ ਸੀਰਤ ਦੀ ਜਵਾਨੀ ਨੂੰ। ਚਰਖੜੀਆਂ ਚੱਲਣ ਲੱਗੀਆਂ ਉਹਦੇ ਖੂਨ 'ਚ, ਛਟਪਟਾ ਉੱਠੇ ਜਿਵੇਂ ਕਾਰਜ ਹੱਸਿਆ ਹੋਵੇ। ਚਿਹਰੇ ਦੀ ਸਮੁੱਚੀ ਨੁਹਾਰ ਬਦਲ ਜਾਂਦੀ, ਰਲਗੱਡ ਹੋ ਜਾਂਦੀ। ਕਾਰਜ ਦੇ ਚਿਹਰੇ ਨਾਲ ਉਹਨੂੰ ਪਿਆਰਾ ਲੱਗਦਾ ਸੀਰਤ। ਟੁੱਟ ਜਾਣ ਤੇ ਦੋ ਰਿਸ਼ਤੇ, ਸਮਝ ਗਈ ਵਿਚਲੇ ਰਿਸ਼ਤੇ ਨੂੰ। ਉਹਨੇ ਪੱਕੀ ਹੀ ਅੱਖ ਰੱਖ ਲਈ ਸੀਰਤ ਤੇ।
ਹੌਲੀ ਹੌਲੀ ਦੁਬਾਰਾ ਚੱਖਣ ਲਈ ਮੇਵਾ ਪਿਆਰ ਦਾ ਫੱਟੜ ਕੂੰਜ ਵਾਂਗ ਭੁੱਲ ਕੇ ਜ਼ਖਮਾਂ ਨੂੰ ਲੈਣ ਲੱਗੀ ਸੁਪਨੇ ਫੇਰ ਆਕਾਸ਼ ਤੇ। ਪਿਆਰ ਦੇ ਆਲਮ ਤੋਂ ਦੂਰ ਸੀਰਤ ਜੀ ਰਿਹਾ ਹੁੰਦਾ ਭਾਵਨਾਵਾਂ ਰਹਿਤ ਜ਼ਿੰਦਗੀ। ਰੇਖਾ ਦੀ ਅੱਖ ਫਰਕੀ, ਅੱਗ ਤਾਂ ਬਹੁਤ ਹੈ ਸੀਰਤ ਵਿੱਚ ਪਰ ਡੂੰਘੀ ਦੱਬੀ ਹੋਈ, ਇਹਨੂੰ ਪੈਣਾ ਮਘਾਉਣਾ ਮਚਾਉਣਾ। ਰੇਖਾ ਵਿਸ਼ ਵਲੇਵੀਂ ਖਾਂਦੀ ਫੱਟੜ ਸਪਣੀ ਵਾਂਗ ਸੁੰਦਰ ਸਰੀਰ ਸਹਿਕਦਾ ਪਿਆਰ ਲਈ ਤੇ ਉਹ ਦਿਸਦਾ ਉਹਨੂੰ ਸੀਰਤ ਵਿੱਚ। ਤੇ ਜਦੋਂ ਉਹ ਤਾਰ ਕੇ ਲਿਆਈ ਚਨਾ ਤੋਂ ਇਸ ਪਾਰ ਸੀਰਤ ਤਰਪ ਗਿਆ। ਰੇਖਾ ਸਾਡਾ ਰਿਸ਼ਤਾ ਹੈਗਾ ਮਾਸੀ ਭਾਂਜੇ ਦਾ, ਕੀ ਇਹ ਮੁਹੱਬਤ ਜਾਇਜ਼ ਹੈ? ਸੀਰਤ ਗੱਲ ਰੂਹ ਤੇ ਹਾਣ ਦੀ ਹੁੰਦੀ, ਦੁਨੀਆ ਤੇ ਸਿਰਫ ਇੱਕ ਹੀ ਰਿਸ਼ਤਾ ਨਰ ਤੇ ਮਾਦਾ ਦਾ। 14ਵੀਂ ਸਦੀ ਦੀਆਂ ਗੱਲਾਂ ਨਾ ਕਰ, ਕੁੜੀ ਨੇ ਘੂਰੀ ਵੱਟੀ। ਜੇ ਤੂੰ ਨਾ ਮਿਲਦੀ ਮੈਂ ਪਾਗਲ ਹੋ ਜਾਂਦਾ, ਤੂੰ ਮੈਨੂੰ ਬਚਾ ਲਿਆ। ਸੀਰਤ ਨੇ ਬੁੱਲ ਰੱਖੇ ਰੇਖਾ ਦੇ ਬੁੱਲਾਂ ਤੇ। ਛੋਟੀ ਜਿਹੀ ਉਮਰ, ਰੇਖਾ ਨੂੰ ਸੁਪਨਾ ਲੱਗਦਾ ਏ, ਕਦੇ ਕੋਰਾ ਝੂਠ, ਕਦੇ ਫੁੱਲਾਂ ਦੀ ਸੇਜ, ਕਦੇ ਕੰਡਿਆਂ ਦਾ ਤਾਜ। ਫਿਰ ਹੁਸੀਨ ਲੱਗਦੀ, ਰੱਜ ਕੇ ਜੀਣ ਨੂੰ ਦਿਲ ਕਰਦਾ। ਸੀਰਤ ਇਹ ਸੋਚਣ ਲਈ ਮਜਬੂਰ ਹੋ ਗਿਆ, ਔਰਤ ਨਾਲ ਜਿਸਮਾਨੀ ਛੋਹ ਵੀ ਕਮਾਲ ਦਾ ਅਨੁਭਵ ਹੈ। ਮਹਿਬੂਬ ਦੀਆਂ ਬੇਜਾਨ ਚੀਜ਼ਾਂ ਨੂੰ ਵੀ ਮੁਹੱਬਤ ਕਰਨ ਲੱਗ ਪਈ। ਰੇਖਾ ਟੁੱਟ ਕੇ ਪਿਆਰ ਕਰਦੀ, ਉਹਨੇ ਹੀ ਜਗਾਇਆ ਪਿਆਰ ਦਾ ਚਿਰਾਗ ਸੀਰਤ ਦੇ ਦਿਲ 'ਚ, ਪਿਘਲਾ ਦਿੱਤੇ ਰੇਖਾ ਨੇ ਸੀਰਤ ਦੇ ਬਰਫ਼ ਹੋਏ ਜਜ਼ਬੇ। ਰੇਖਾ ਦੀ ਸਮਝ ਹੁੰਦੀ ਪਿੰਡੇ ਦੀ ਛੂਹ ਬਗੈਰ ਰੂਹ ਦੀ ਛੂਹ ਹੁੰਦੀ, ਵਿਅਰਥ ਵੀ। ਸਾਂਝੀ ਅੱਗ ਬਾਲ ਕੇ ਵੀ ਸੇਕ ਲੈਂਦੇ ਕਦੀ ਕਦਾਈ, ਰੂਹਾਂ ਨਸ਼ਈ ਤੇ ਸਰੀਰ ਹੋ ਜਾਂਦੇ ਤਰੋ ਤਾਜ਼ਾ। ਸੀਰਤ ਨੇ ਦੁਬਾਰਾ ਸ਼ੁਰੂ ਕਰ ਲਈ ਛੱਡੀ ਪੜ੍ਹਾਈ। ਰੇਖਾ ਸਮਝਾਇਆ, ਐਵੇਂ ਵਕਤ ਨਾ ਜਾਇਆ ਕਰ, ਅਜੇ ਵੇਲਾ ਐਮਏ ਕਰ ਲੈ ਇੰਗਲਿਸ਼ ਦੀ। ਉਹ ਲੱਖ ਵਾਰ ਮੋੜਦਾ ਨੈਣਾਂ ਦੇ ਪੈਰਾਂ ਨੂੰ, ਹਟਕਦਾ ਵਰਜਦਾ, ਪਰ ਜਾਣੇ ਅਣਜਾਣੇ ਉਹ ਝਾਕ ਲੈਂਦਾ ਰੇਖਾ ਵੱਲ। ਮੁਹੱਬਤ ਦੀ ਲੀਕ ਦਾ ਚਾਨਣ ਹੋਰ ਗਾੜਾ ਹੋ ਜਾਂਦਾ ਮੱਥੇ 'ਚ, ਉਹਦੇ ਹਾਸੇ ਦੀਆਂ ਕਣੀਆਂ ਨਾਲ ਉਹ ਠਾਰ ਲੈਂਦਾ ਤਪਦੇ ਸੀਨੇ ਨੂੰ। ਹੁਣ ਸੀਰਤ ਪੜ੍ਹਦਾ ਰੇਖਾ ਨੂੰ ਜਾਂ ਕਿਤਾਬਾਂ ਨੂੰ। ਕੋਠੀ ਹੁਣ ਛਣਕਦੀ ਰੇਖਾ ਦੇ ਸੀਰਤ ਦੇ ਹਾਸਿਆਂ ਨਾਲ। ਬੇਰਸ ਝਾੜੀਆਂ ਦੀ ਥਾਂ ਮੱਲ ਲਈ ਮਹਿਕਦੇ ਫੁੱਲਾਂ ਨੇ। ਰਹਿੰਦਿਆਂ ਇੱਕ ਘਰ 'ਚ ਕਿਵੇਂ ਨਾ ਪਤਾ ਲੱਗਦਾ ਦਮੋਂ ਨੂੰ ਰੇਖਾ ਤੇ ਸੀਰਤ ਦੀ ਵੱਧ ਰਹੀ ਨੇੜਤਾ ਦਾ। ਉਹ ਖੁਦ ਲੰਘ ਚੁੱਕੀ, ਇੰਨਾ ਪਤਣਾ ਰਹੀ। ਉਂਝ ਸਭ ਤੋਂ ਵੱਡਾ ਖਤਰਾ ਸਮਝਦੀ ਸੁੱਚੇ ਦਾ, ਲੰਮੇ ਸਮੇਂ ਤੋਂ ਤਾੜਦੀ ਆ ਰਹੀ ਬਾਜ ਅੱਖ ਸੁੱਚੇ ਦੀ। ਝਪਟ ਲੈਣਾ ਚਾਹੁੰਦੀ ਹੁੰਦੀ ਰੇਖਾ ਨੂੰ। ਚੱਕੀ ਦੇ ਦੋਵੇਂ ਪੁੜ ਜਿਨ੍ਹਾਂ ਵਿਚਾਲੇ ਦਰੜੀ ਜਾ ਰਹੀ ਦਮੋਂ ਹੁੰਦੇ ਨੇ ਇੱਕ ਦੂਜੇ ਤੋਂ ਵਧੇਰੇ ਖਤਰਨਾਕ ਤੇ ਤਬਾਹਕੁਨ। ਕਦੇ ਬੈਠੀ ਦਲੀਲਾਂ ਕਰਦੀ, ਜੇ ਕਰਵਾ ਲਿਆ ਰੇਖਾ ਨੇ ਵਿਆਹ ਸੀਰਤ ਨਾਲ, ਲੋਕਾਂ ਜੀਣ ਨਹੀਂ ਦੇਣਾ। ਅੱਲੋਕਾਰ ਤੇ ਅਜੀਬ ਗੱਲ ਹੋਊ ਮਾਸੀ ਭਾਂਜੇ ਦਾ ਵਿਆਹ, ਦਿਮਾਗ ਲੜਾਉਂਦੀ। ਜੇ ਸੁੱਚੇ ਨੇ ਹੱਕ ਜਮਾ ਲਿਆ ਰੇਖਾ ਤੇ, ਭਾਵੇਂ ਜ਼ਬਰਦਸਤੀ ਜਾਂ ਡਰਾ ਧਮਕਾ ਕੇ ਹੀ ਸਹੀ, ਫਿਰ ਮੇਰੀ ਜ਼ਿੰਦਗੀ ਤਾਂ ਖਤਮ। ਉਹ ਭੈਣ ਹੈ ਮੇਰੀ। ਨਫ਼ਰਤ ਵੀ ਕਰਦੀ ਸੁੱਚੇ ਨੂੰ, ਸਮਝਦੀ ਚਾਲਾਂ ਸੁੱਚੇ ਦੀਆਂ, ਰੇਖਾ ਪ੍ਰਤੀ ਉਹਦੇ ਲਗਾਵ ਨੂੰ ਵੀ। ਸੁੰਦਰਤਾ ਤੇ ਹੁਸਨ ਚੀਜ਼ ਹੀ ਐਸੀ ਹੈ, ਬੜੇ ਬੜੇ ਦਿਲਾਂ ਵਾਲੇ ਜਾਂਦੇ ਨੇ ਡੋਲ। ਸਭ ਦੁੱਖਾਂ ਦਾ ਹੱਲ ਇੱਕੋ ਹੀ ਹੈ, ਰੇਖਾ ਦਾ ਕਰਕੇ ਵਿਆਹ ਕੀਤਾ ਜਾਵੇ ਫੌਰੀ ਪਾਸੇ। ਦਮੋਂ ਹੁਣ ਤੀਬਰਤਾ ਨਾਲ ਚਾਹੁੰਦੀ, ਰੀਝ ਕਰਦੀ, ਵਿਆਹ ਕਰ ਦੇਵੇ ਰੇਖਾ ਦਾ। ਵਿਆਹ ਪਿੱਛੋਂ ਵੀ ਪੜ ਸਕਦੀ। ਰੇਖਾ ਦੀ ਜਵਾਨੀ ਕਰਦੀ ਪਰੇਸ਼ਾਨ, ਸੋਚਦੀ ਪਤਾ ਨਹੀਂ ਹੁੰਦਾ ਦਿਲ ਬਦਲ ਜਾਂਦਾ। ਬੁਰੀ ਬਲਾ ਹੁੰਦੀ ਹੈ ਜਵਾਨੀ, ਅੰਨਾ ਬੋਲਾ ਕਰ ਦਿੰਦੀ ਜੋ ਦੇਵੀ ਦੇਵਤਿਆਂ ਨੂੰ, ਪਸ਼ੂ ਪੰਛੀਆਂ ਨੂੰ। ਇੱਕੋ ਝੀਕੇ ਸਮੁੰਦਰ ਪੀ ਜਾਣਾ ਸੌਖਾ, ਮੱਚਦੀ ਜਵਾਨੀ ਨੂੰ ਕਾਬੂ ਕਰਨਾ ਔਖਾ। ਐਡੀ ਸੁੰਦਰ ਸੂਰਤ ਲਈ ਵੀ ਛਿੜਕਦੇ ਫਿਰਦੇ ਆਪਣੀਆਂ ਜਾਨਾਂ ਨੂੰ। ਦਮੋਂ ਨੇ ਗੱਲ ਚਲਾਈ 2-4 ਔਰਤਾਂ ਨਾਲ ਰੇਖਾ ਦੇ ਰਿਸ਼ਤੇ ਬਾਰੇ। ਇੱਕ ਨੇ ਦੱਸ ਪਾਈ ਆਪਣੇ ਭਾਂਜੇ ਦੀ, ਪਾਰੋ ਵਾਲੀ ਹੋਇਆ ਵੇਖਣ ਵਿਖਾਉਣ। ਦੋਵਾਂ ਨੇ ਕਰ ਲਿਆ ਪਸੰਦ ਇੱਕ ਦੂਜੇ ਨੂੰ। ਉਂਝ ਦਿਲ ਨਹੀਂ ਮੰਨਦਾ ਰੇਖਾ ਦਾ, ਉਹ ਪਿਆਰ ਕਰਦੀ ਸੀਰਤ ਨੂੰ। ਹਫ਼ਤੇ ਪਿੱਛੋਂ ਆਇਆ ਫੋਨ ਮੁੰਡੇ ਦਾ, ਦਮੋਂ ਨੇ ਕੀਤਾ ਅਟੈਂਡ। ਮੁੰਡੇ ਨੇ ਕਿਹਾ, ਮੈਂ ਨਹੀਂ ਕਰਨਾ ਇਹ ਰਿਸ਼ਤਾ। ਕੁੜੀ ਦੀ ਭੈਣ ਨੇ ਕੀਤੇ 3 ਵਿਆਹ, ਕੁੜੀ ਦੇ ਵੀ ਹੋਣਗੇ ਜੀਜੇ ਨਾਲ ਸੰਬੰਧ, ਸਾਡੇ ਵੱਲੋਂ ਜਵਾਬ ਹੈ। ਸੁਣ ਕੇ ਹੋ ਗਈ ਦਮੋਂ ਗੁੰਮ, ਦਿਲ 'ਚ ਵਿਚਾਰ ਕਰਦੀ, ਇਹ ਗੱਲਾਂ ਕਿਹਨੇ ਦੱਸੀਆਂ ਮੁੰਡੇ ਨੂੰ? ਨੈਣਾ ਮੂਹਰੇ ਆ ਖਲੋਤਾ ਸੁੱਚਾ ਸਾਰੀ ਕਹਾਣੀ ਸਮਝ ਗਈ। ਇੱਕ ਹੋਰ ਮਹਾਸ਼ਾ ਬਰਾਦਰੀ ਦੀ ਤੀਵੀਂ ਨੇ ਦੱਸ ਪਾਈ, ਐਮਏ ਕਰਦੇ ਮੁੰਡੇ ਦੀ। ਇਸ ਵਾਰ ਦਮੋਂ ਨੇ ਰੱਖਿਆ ਬੜਾ ਓਹਲਾ ਸੁੱਚੇ ਤੋਂ। ਪ੍ਰੋਗਰਾਮ ਰੱਖਿਆ ਹੋਟਲ ਵਿੱਚ। ਝੱਟ ਪਸੰਦ ਕਰ ਲਈ ਕੁੜੀ ਮੁੰਡੇ ਨੇ। ਦਮੋਂ ਬੜੀ ਖੁਸ਼ ਹੈ, ਰਿਸ਼ਤਾ ਤੋੜ ਚੜ ਜਾਂਦਾ, ਪੂਰਾ ਭਰੋਸਾ। ਤਿਆਰੀ ਹੋਣ ਲੱਗੀ ਸ਼ਗਨ ਦੀ। ਮਿੱਥੀ ਤਰੀਕ ਤੋਂ ਇੱਕ ਦਿਨ ਪਹਿਲਾਂ ਫੋਨ ਆ ਗਿਆ ਮੁੰਡੇ ਦੇ ਪਿਓ ਦਾ। ਉਹੀ ਇਲਜ਼ਾਮ, ਰਿਸ਼ਤੇ ਤੋਂ ਇਨਕਾਰ। ਵੱਡੀ ਟੁੱਕੀ ਗਈ ਜ਼ਮੀਰ ਦਮੋਂ ਦੀ। ਰੇਖਾ ਤਾਂ ਹੋ ਗਈ ਘੋਰ ਨਿਰਾਸ਼। ਭਾਵੇਂ ਦਿਲੋਂ ਨਹੀਂ ਚਾਹੁੰਦੀ ਹੁੰਦੀ ਵਿਆਹ ਕਰਨਾ, ਪਰ ਹੋ ਰਹੇ ਟਰਾਇਲ ਵਿੱਚ ਆਪਣੀ ਅਸਫਲਤਾ ਨੂੰ ਲਿਆ ਗੰਭੀਰਤਾ ਨਾਲ। ਨਿਰਾਦਰ ਹੋਇਆ ਸਮਝਦੀ। ਹੁਸੈਨ ਨੱਡੀ ਨੇ ਸਮਝਿਆ ਇਹਨੂੰ ਆਪਣਾ ਅਪਮਾਨ, ਬੇਇੱਜ਼ਤੀ। ਦਮੋਂ ਨੇ ਪਰ ਰੱਖੀ ਕੋਸ਼ਿਸ਼ ਜਾਰੀ, ਸੋਚਦੀ ਸ਼ਾਇਦ ਕੋਈ ਮੁੰਡਾ ਚੁਗਲੀ ਨਾ ਸਹਾਰੇ ਸੁੱਚੇ ਦੀ। ਇਹਨਾਂ ਦਿਨਾਂ 'ਚ ਤਿੱਖੀ ਨਜ਼ਰ ਰੱਖਦਾ ਸੁੱਚਾ ਸੀਰਤ ਤੇ ਰੇਖਾ ਤੇ। ਉਹਦੇ ਸ਼ੱਕੀ ਸੁਭਾਅ ਨੇ ਤਾੜ ਲਿਆ ਜਲਦੀ, ਦੋਵੇਂ ਫਸੇ ਹੋਏ ਮੁਹੱਬਤ ਦੀ ਕੁੰਡੀ ਵਿੱਚ।
ਉਹਨੇ ਰਸਤੇ ਤੋਂ ਹਟਾਉਣ ਲਈ ਸੀਰਤ ਨੂੰ ਇੱਕੋ ਇੱਕ ਪੱਕਾ ਹੱਲ ਕੱਢਿਆ, ਉਹਦਾ ਵਿਆਹ ਕਰ ਦੇਣਾ। ਕੋਈ ਸਲਾਹ ਕੀਤੇ ਬਗੈਰ ਦਮੋ ਨਾਲ ਉਹਨੇ ਵੰਗਾਰਿਆ ਸੱਜਣਾ ਮਿੱਤਰਾਂ ਨੂੰ ਕਿਸੇ ਚੰਗੇ ਘਰ ਦੀ ਕੁੜੀ ਖੋਜਣ ਸੀਰਤ ਵਾਸਤੇ। 3-4 ਮਹੀਨੇ ਪਿੱਛੋਂ ਰਿਸ਼ਤਾ ਹੋ ਗਿਆ ਸੀਰਤ ਨੂੰ। ਕੁੜੀ ਕੱਲੀਕਾਰੀ, ਧੀ ਹੁੰਦੀ ਰੰਡੀ ਮਾਂ ਦੀ, ਭਰਾ ਨਾ ਕੋਈ ਭੈਣ, ਲਾਲਚੀ ਸੁੱਚਾ ਮਰ ਗਿਆ ਜ਼ਮੀਨ ਜਾਇਦਾਦ ਤੇ। ਕੁੜੀ ਵੀ ਹੁੰਦੀ ਆਮ ਜਿਹੀ, ਅਕਲ ਸ਼ਕਲ ਤੋਂ ਖਾਲੀ, ਪੜ੍ਹੀ ਵੀ 10ਵੀਂ ਤੱਕ ਹੀ। ਕੋਈ ਵਾਸਤਾ ਨਹੀਂ ਹੁੰਦਾ ਸੁੱਚੇ ਨੂੰ ਇਹਨਾਂ ਗੱਲਾਂ ਨਾਲ। ਦੂਰ ਕਰਨਾ ਰੇਖਾ ਨਾਲੋਂ ਸੀਰਤ ਨੂੰ ਵੱਡਾ ਟਾਰਗੇਟ ਹੁੰਦਾ। ਦਮੋ ਚੁੱਪ ਆਈ ਨਾ ਕਿਸੇ ਗੱਲ 'ਚ। ਜੋ ਕੀਤਾ ਸੁੱਚੇ ਨੇ ਆਪਣੀ ਮਰਜ਼ੀ ਨਾਲ। ਤਿਆਰੀਆਂ ਹੋਣ ਲੱਗੀਆਂ ਵਿਆਹ ਦੀਆਂ। ਇੱਕ ਦਿਨ ਫੋਨ ਆਇਆ ਸੁੱਚੇ ਨੂੰ ਕੁੜੀ ਦੀ ਮਾਂ ਦਾ। ਗੁੱਸੇ ਨਾਲ ਬੋਲੀ, ਸਰਦਾਰ ਜੀ ਸਾਨੂੰ ਨਹੀਂ ਹੈ ਰਿਸ਼ਤਾ ਮਨਜ਼ੂਰ। ਮੁੰਡੇ ਦੀ ਮਾਂ ਤਾਂ ਮਾਸ਼ੀ ਏ, ਸਾਡੇ ਵੱਲੋਂ ਕੋਰਾ ਇਨਕਾਰ ਹੈ। ਸੁਣ ਕੇ ਅੰਨਾ ਬੋਲਾ ਹੋ ਗਿਆ ਸੁੱਚਾ। ਇੱਕ ਭੁਚਾਲ, ਇੱਕ ਤਬਾਹੀ ਬਹਿ ਗਿਆ ਫੜ ਕੇ ਮੱਥਾ ਰੇਖਾ ਦੇ। ਤਾਂ ਮੈਂ ਤੁੜਵਾਏ ਰਿਸ਼ਤੇ, ਪਰ ਸੀਰਤ ਬਾਰੇ ਕਿਸ ਮਾਰੀ ਭਾਨੀ। ਯਾਰੋ ਸੁੱਚੇ ਸਰਦਾਰ ਦੇ ਮੁੰਡੇ ਦਾ ਟੁੱਟ ਜੇ ਰਿਸ਼ਤਾ, ਮੇਰੇ ਲਈ ਮੇਰੇ ਮਰ ਜਾਣ ਵਾਲੀ ਗੱਲ। ਵੱਡਾ ਫਿਕਰ ਪੈ ਗਿਆ ਸੁੱਚੇ ਨੂੰ, ਕਿਤੇ ਹੱਥ ਨਾ ਫੇਰ ਜੇ ਸੀਰਤ ਹੀ ਰੇਖਾ ਤੇ। ਦਮੋਂ ਵਹਿਮ ਕਰਦੀ, ਸੁੱਚਾ ਤਾਂ ਭਾਨੀ ਮਾਰੂ ਹਰ ਥਾਂ। ਇਸ ਤਰ੍ਹਾਂ ਰਿਸ਼ਤਾ ਹੋਣਾ ਮੁਸ਼ਕਲ। ਜੇ ਰੇਖਾ ਨਾ ਵਿਆਹੀ ਗਈ ਸਮੇਂ ਸਿਰ ਉੱਠ ਪੈਣਗੇ ਕਈ ਸਵਾਲ ਤੇ ਤੋਹਮਤਾਂ। ਮੇਰੀ ਹੇਠੀ ਹੋ ਜੂ ਰੱਜ ਕੇ। ਲੋਕਾਂ ਕਹਿਣਾ 2 ਭੈਣਾਂ ਰੰਨਾਂ ਬਣਾ ਕੇ ਰੱਖੀਆਂ ਸੁੱਚੇ ਨੇ। ਆਖਰ ਤਾਂ ਰਿਸ਼ਤਾ ਕਰਨਾ ਪੈਣਾ, ਪਰ ਜੇ ਚਲਾ ਲਿਆ ਚੱਕਰ ਸੁੱਚੇ ਨੇ, ਫਿਰ ਤਾਂ ਰੱਬ ਹੀ ਰਾਖਾ ਰੇਖਾ ਦਾ। ਜਦੋਂ 3-4 ਹੋਰ ਮੁੰਡੇ ਵੀ ਕਰ ਗਏ ਇਨਕਾਰ ਸੁੱਚੇ ਦੀ ਮਿਹਰਬਾਨੀ ਨਾਲ, ਤੇ ਸੀਰਤ ਦੇ ਵੀ ਟੁੱਟ ਗਏ 2-3 ਰਿਸ਼ਤੇ ਹੋਰ। ਇਹਦਾ ਕਾਰਨ ਸਮਝਦੀ ਦਮੋ ਆਪਣੇ ਅੰਤਰਜਾਤੀ ਵਿਆਹ ਨੂੰ। ਉਹ ਡਾਢੀ ਨਿਰਾਸ਼ ਹੋ ਗਈ। ਮਨ 'ਚ ਵਿਚਾਰ ਕਰਦੀ, ਜੇ ਨਿਕਲਿਆ ਨਾ ਰਾਹ ਕੋਈ ਰੇਖਾ ਦੇ ਵਿਆਹ ਦਾ, ਨਾ ਕਿਸੇ ਪਾਸੇ ਲੱਗਾ ਸੀਰਤ, ਜੇ ਕਰ ਵੀ ਲੈਣ ਵਿਆਹ ਦੋਵੇਂ ਤਾਂ ਮਾੜਾ ਨਹੀਂ ਹੈਗਾ। ਪਰ ਜੇ ਇਹੀ ਹੋਇਆ ਵਿਹਾਰ ਇਹਨਾਂ ਦੀ ਔਲਾਦ ਨਾਲ, ਫੇਰ ਉਹ ਰੋਈ ਜਾਂਦੀ ਲਗਾਤਾਰ ਸੋਚ ਕੇ ਇਹਨਾਂ ਹਾਲਤਾਂ ਨੂੰ। ਦਮੋ ਇਹ ਵੀ ਵਿਚਾਰਦੀ, ਜੇ ਸੀਰਤ ਨੇ ਕੀਤੀ ਵਿਆਹ ਪਿੱਛੋਂ ਸੁੱਚੇ ਵਰਗੀ ਹਰਕਤ, ਰੇਖਾ ਤਾਂ ਮਾਰੀ ਜਾਊ ਜਿਉਂਦੀ ਮੇਰੇ ਵਾਂਗ। ਮੈਂ ਦਿਲੋਂ ਪਿਆਰ ਕੀਤਾ ਰੱਜ ਕੇ ਸੁੱਚੇ ਨੂੰ। ਹੁਣ ਪੈ ਗਈ ਜਦੋਂ ਉਮਰ ਮੇਰੀ ਢਾਲੇ, ਤੇ ਉਹ ਜਾ ਰਿਹਾ ਮੈਥੋਂ ਦੂਰ ਹੰਢਾ ਕੇ ਮੇਰਾ ਹੁਸਨ। ਇੱਕੋ ਜਿਹਾ ਤਾਂ ਥੋੜਾ ਰਹਿੰਦਾ ਸਾਰੀ ਜ਼ਿੰਦਗੀ। ਮਰਦ ਤਾਂ ਵਧਾ ਲੈਂਦੇ ਨਸ਼ਿਆਂ ਨਾਲ ਕਪੈਸਿਟੀ ਨੂੰ, ਔਰਤ ਕੀ ਕਰੇ? ਹਾਲੇ ਦਾ ਡੁੱਬਣਾ ਵੀ ਹੁੰਦਾ। ਆਖਰ ਚੜੇ ਸੂਰਜ ਨੇ, ਸੱਜਰੀ ਸਵੇਰ ਨੇ ਬਣਨਾ ਹੁੰਦਾ, ਕੜਕਦੀ ਦੁਪਹਿਰ ਵੀ। 19/6/2020। ਸੱਸੀ ਦੀ ਜਵਾਨੀ ਬਸ ਇੱਕ ਆਫਤ, ਇੱਕ ਰਸਦਾਰ ਵੇਗ, ਸੁੰਦਰਤਾ ਦਾ ਚਸ਼ਮਾ। ਉਹਦੇ ਯਾਕੂਤਾਂ ਵਰਗੇ ਹੋਠ ਹੁੰਦੇ ਨੇ ਜਿਨ੍ਹਾਂ 'ਚ ਬਾਲ ਕੇ ਮੁਸਕਰਾਹਟ ਦੇ ਦੀਵੇ ਉਹ ਜਾਦੂ ਕਰ ਦਿੰਦੀ। ਦਮੋ ਹਮੇਸ਼ਾ ਅੱਖ ਰੱਖਦੀ ਸੱਸੀ ਤੇ। ਨਿੱਜੀ ਅਨੁਭਵ ਤੋਂ ਜਾਣਦੀ ਜਵਾਨੀ ਹੁੰਦੀ ਹੈ ਬੜੀ ਮੂੰਹ ਜ਼ੋਰ। ਕੁਝ ਵੀ ਅਣਹੋਇਆ ਅਣਕਿਆਸਿਆ ਵਾਪਰ ਸਕਦਾ। ਰੇਖਾ ਨੂੰ ਵੱਖ ਤਾੜ ਨਾ ਕੀਤੀ। ਇਹ ਉਮਰ ਬੜੀ ਖਤਰਨਾਕ ਹੁੰਦੀ। ਸੱਸੀ ਦਾ ਹੁਸਨ ਕਿਤੇ ਦਾਗ ਨਾ ਬਣ ਜੇ ਉਮਰਾਂ ਦਾ। ਭਟਕਦੀ ਫਿਰੂ ਮੇਰੇ ਵਾਂਗ। ਸੁੱਚੇ ਨੂੰ ਸੁਚੇਤ ਕੀਤਾ ਵਿਆਹ ਕਰ ਦੇਣ ਲਈ। ਉਹ ਅੰਦਰ ਖਾਤੇ ਮੁੰਡਾ ਲੱਭਦੇ ਫਿਰਦੇ। ਸੱਸੀ ਪੜ੍ਹਦੀ ਹੁਣ ਗੁਰਦਾਸਪੁਰ ਸਰਕਾਰੀ ਕਾਲਜ। ਰੇਖਾ ਕਰਕੇ MA ਪੰਜਾਬੀ ਦੀ ਹੁਣ ਦੀਨਾਨਗਰ ਕਾਲਜ ਤੋਂ MPhil ਕਰਦੀ। ਦੋਵੇਂ ਇੱਕੋ ਵਿਨਰ ਤੇ ਜਾਂਦੀਆਂ। ਜਦੋਂ ਟਾਈਮ ਮੈਚ ਨਾ ਕਰਦਾ ਸੱਸੀ ਜਾਂਦੀ ਬੱਸ ਤੇ। ਸ਼ੌਕ ਵੀ ਰੱਖਦੀ ਸਫ਼ਰ ਦਾ। ਜਵਾਨ ਮੁੰਡੇ ਕੁੜੀਆਂ ਦਾ ਸਾਥ ਨਿੱਘ ਦਿੰਦਾ। ਸੱਸੀ ਬਥੇਰਾ ਰੱਖਦੀ ਚਿਹਰਾ ਢੱਕ ਵਲੇਟ ਕੇ, ਪਰ ਮਹਿਕ ਵੀ ਕਦੇ ਛਿਪੀ ਪ੍ਰਗਟ ਹੋਈ ਜਾਂਦੀ ਹੈ। ਮੁੰਡੇ ਤੰਗ ਵੀ ਬਥੇਰਾ ਕਰਦੇ, ਪਰ ਕੋਈ ਪ੍ਰਭਾਵਿਤ ਨਾ ਕਰਦਾ। ਵਕਤ ਦੇ ਬਲੌਰੀ ਪਾਣੀਆਂ 'ਚ ਸਮੇਂ ਨਾਲ ਬਹੁਤ ਕੁਝ ਘੁਲਦਾ ਰਿਹਾ, ਰਲਦਾ ਰਿਹਾ। ਇੱਕ ਦਿਨ ਅਚਾਨਕ ਉਹਦੇ ਕੋਲ ਡੋਡਿਆਂ ਵਰਗੇ ਨੈਣਾਂ ਵਿੱਚ ਉੱਭਰ ਆਏ ਸੁਰਖ ਡੋਰੇ ਕਰਨ ਨੂੰ ਵੇਖਿਆ। ਅੱਜ ਪਹਿਲੇ ਦਿਨ ਇੱਕ ਟੱਕ ਵੇਖੀ ਗਈ, ਝਾਕੀ ਗਈ, ਜਿਵੇਂ ਉਹ ਚਿਹਰਾ ਚਿਰਾਂ ਤੋਂ ਹੋਵੇ ਭਾਲਦੀ। ਕਰਨ ਸੋਹਣਾ ਦਿਲ ਗੁਰਦੇ ਵਾਲਾ ਗੱਭਰੂ, ਗੋਰਾ ਰੰਗ, ਨਕਸ਼ ਨੈਣ ਤਿੱਖੇ, ਭੂਰੀਆਂ ਅੱਖਾਂ ਦਾ ਜਾਦੂ ਕਰੀ ਜਾਂਦਾ ਕਹਿਰ। ਸੱਸੀ ਨੂੰ ਹੁਣ 16ਵਾਂ ਸਾਲ ਹੁੰਦਾ। ਖਤਰੇ ਦੇ ਨਿਸ਼ਾਨ ਵਾਲਾ ਵਰਾ। ਇਸ ਉਮਰ 'ਚ ਹੋ ਜਾਂਦੇ ਨੇ ਪੁੰਗਰਨੇ ਵਲਵਲੇ ਪਿਆਰ ਦੇ। ਉਹ ਤਾਂ ਅਰਕਸੀ ਕੱਚੇ ਦੁੱਧ ਦੀ ਮਹਿਕ ਦਾ, ਜੋ ਵੇਖਿਆ ਹੀ ਚੜ ਜਾਂਦਾ ਸ਼ਰਾਬ ਵਾਂਗ। ਹੁਣ ਪਹਿਲ ਕੌਣ ਕਰੇ? ਇਸ਼ਕ ਨੇ ਲਈ ਅੰਗੜਾਈ, ਜਜ਼ਬੇ ਹੋ ਗਏ ਬੇਕਾਬੂ। ਚੱਲ ਪਿਆ ਚੱਕਰ ਮੁਲਾਕਾਤਾਂ ਦਾ। ਪਹਿਲਾਂ ਗੱਲਾਂ ਇਸ਼ਾਰਿਆਂ ਨਾਲ, ਫਿਰ ਹਵਾਈ ਚੁੰਮਣਾਂ ਦੀਆਂ ਝੜੀਆਂ, ਫਿਰ ਹੱਸ ਪੈਣਾ, ਗੱਲਾਂ ਕਰਨੀਆਂ ਆਨੇ ਬਹਾਨੇ। ਕਰਨ ਦਾ ਪਿੰਡ ਪਾਰੋਵਾਲ ਤੋਂ 8-10 ਕਿਲੋਮੀਟਰ ਦੂਰ ਬਲੱਗਣ ਹੁੰਦਾ। ਖਾਂਦੇ ਪੀਂਦੇ ਜੱਟਾਂ ਦਾ ਮੁੰਡਾ BA 'ਚ ਪੜ੍ਹਦਾ। ਹੁਣ ਰੋਜ਼ਾਨਾ ਫੋਨ ਕਰਦੇ ਇੱਕ ਦੂਜੇ ਨੂੰ। ਫੋਨ ਰਾਹੀਂ ਸਮਾਂ ਮਿੱਥ ਲੈਂਦੇ ਮਿਲਣ ਦਾ। ਡਾਕਾ ਵੱਜੇ, ਧਾੜਾ ਪੈ ਜੇ, ਰੌਲਾ ਤਾਂ ਪੈਣਾ ਹੋਇਆ। ਕਰਨ ਭਾਂਬੜ ਬਣੇ ਹੁਸਨ ਤੇ ਡਾਕਾ ਮਾਰੇ। ਯਾਰ ਕਿਵੇਂ ਚੁੱਪ ਰਹਿੰਦੇ? ਉਹਨਾਂ ਪਾਰਟੀ ਲਈ ਕਰਨ ਤੋਂ
ਜੋੜੀ ਵੀ ਐਸੀ ਬਣੀ ਜਿੱਧਰੋਂ ਦੀ ਲੰਘ ਜਾਂਦੇ ਖਬਰ ਹੋ ਜਾਂਦੀ ਕੱਖ ਕਾਨਿਆਂ ਨੂੰ ਵੀ। ਪਹਿਲਾਂ ਕਾਲਜ ਰੋਡ ਤੇ ਘੁਸਰ ਮੁਸਰ ਹੋਈ, ਫਿਰ ਰੌਲਾ ਪਿਆ ਸ਼ਹਿਰ 'ਚ। ਗੱਲ ਰੇਖਾ ਤੱਕ ਵੀ ਜਾ ਪੁੱਜੀ। ਖੁਦ ਪਿਆਰ ਦੇ ਰੰਗ 'ਚ ਰੰਗੀ ਕੀ ਆਖਦੀ ਸੱਸੀ ਨੂੰ। ਸੋਚਦੀ ਸੱਸੀ ਵਰਗੀ ਕੁੜੀ ਤਾਂ ਪਿੰਗਲਾ ਦਿੰਦੀ ਏ ਸਟੀਲ ਨੂੰ। ਹੱਡ ਮਾਸ ਕੀ ਸ਼ੈ ਹੋਈ, ਜਿੱਥੇ ਧੂੰ ਉੱਥੇ ਅੱਗ। ਕਦੇ ਸੋਚਦੀ ਕਾਰਜ ਵਰਗਾ ਨਾ ਹੋਵੇ ਹਰਾਮੀ, ਜ਼ਮਾਨੇ ਦੀ ਝੂਠ, ਸੈਕਸ ਨੂੰ ਹੀ ਸਮਝਦਾ ਹੋਵੇ ਪਿਆਰ। ਉਹਨੇ ਜਾਂਚ ਕੀਤੀ ਚੋਰੀ ਚੋਰੀ, ਦੋਵਾਂ ਨੂੰ ਵੇਖ ਵੀ ਲਿਆ, ਕਰਨ ਦੇ ਅੱਗੇ ਪਿੱਛੇ ਦਾ ਪਤਾ ਕੀਤਾ। ਮੁੰਡਾ ਹਰ ਪੱਖੋਂ ਕੋਰਾ। ਰੇਖਾ ਸੋਚਿਆ ਰਿਸ਼ਤਾ ਜੱਚਦਾ ਹੈ। ਅਖੀਰ ਗੱਲ ਛੇੜੀ ਸੱਸੀ ਨਾਲ। ਆਖਿਆ ਦੀਦੀ ਤੇਰਾ ਵਿਆਹ ਕਰਨ ਨੂੰ ਫਿਰਦੀ ਆ, ਤੇਰੀ ਹੈ ਕੋਈ ਪਸੰਦ ਤਾਂ ਦੱਸ ਦੇ, ਵਿਆਹ ਤੇਰੀ ਮਰਜ਼ੀ ਦੇ ਮੁੰਡੇ ਨਾਲ ਹੀ ਹੋ। ਪਹਿਲਾਂ ਤਾਂ ਸ਼ਰਮਾਈ, ਫਿਰ ਦੱਸ ਵੀ ਦਿੱਤਾ ਡਰਦੀ ਝੱਕਦੀ ਨੇ। ਆਖਿਆ ਸਾਲ ਤੋਂ ਮਿਲਦੇ ਆ, ਗੱਲਬਾਤ ਤੇ ਫੋਨ ਕਰਨ ਤੋਂ ਬਿਨਾਂ ਕੋਈ ਗੜਬੜ ਨਹੀਂ। ਰੇਖਾ ਨੇ ਯਕੀਨ ਦਵਾਇਆ ਵਿਆਹ ਕਰਨ ਨਾਲ ਹੀ ਹੋਊ। ਸੱਸੀ ਨੂੰ ਅਸਲੀ ਮਾਸੀ ਲੱਗੀ ਅੱਜ ਰੇਖਾ ਨੇ ਦੱਸਿਆ ਦੀਦੀ ਨੂੰ, ਢੰਗ ਨਾਲ ਸਮਝਾਇਆ ਵੀ ਆਖੇ ਕੁਛ ਨਾ, ਸੱਸੀ ਨੂੰ ਝਿੜਕੇ ਨਾ, ਲਾਹ ਪਾ ਕਰੇ, ਸਾਰਾ ਮਾਮਲਾ ਉਹ ਖੁਦ ਨਿਪਟ ਲਓ। ਪਹਿਲਾਂ ਰੇਖਾ ਨੇ ਦੋਹਾਂ ਨੂੰ ਸੱਦਿਆ ਹੋਟਲ 'ਚ, ਲੰਚ ਕੀਤਾ। ਰੇਖਾ ਸਾਫ਼ ਪੁੱਛ ਲਿਆ ਕਰਨ ਨੂੰ ਮਾਂ-ਬਾਪ ਤੇ ਜ਼ਮੀਨ ਜਾਇਦਾਦ ਬਾਰੇ। ਕਰਨ ਨੇ ਰੱਖਿਆ ਨਾ ਕੋਈ ਓਹਲਾ, ਦੱਸ ਦਿੱਤਾ ਸੱਚੋ ਸੱਚ। ਰੇਖਾ ਨੂੰ ਮੁੰਡਾ ਠੋਸ ਲੱਗਾ, ਉਹਨੂੰ ਘਰ ਗੱਲ ਕਰਨ ਲਈ ਆਖਿਆ। ਰੇਖਾ ਨੇ ਸਮਝਾਇਆ ਦਾਨਿਆਂ ਵਾਂਗ, ਪਿਆਰ ਤਾਂ ਹੁੰਦਾ ਇੱਕ ਮੌਸਮ ਜਿਹਨੇ ਗੁਜ਼ਰ ਜਾਣਾ ਹੁੰਦਾ ਹੈ। ਕਈ ਮੌਸਮ ਕਈ ਰੁੱਤਾਂ ਆਉਂਦੇ ਸਾਲ 'ਚ, ਪਰ ਵਿਆਹ ਹੁੰਦੀ ਪੂਰੀ ਜ਼ਿੰਦਗੀ ਜਿਹਨੇ ਵੇਖਣੇ ਹੰਡਾਉਣੇ ਹੁੰਦੇ ਆ ਸਾਰੇ ਮੌਸਮ ਤੇ ਰੁੱਤਾਂ। ਦੁੱਖ ਸੁੱਖ ਮੌਸਮ ਹੀ ਤਾਂ ਹੁੰਦੇ ਜ਼ਿੰਦਗੀ ਦੇ। ਔਰਤ ਮਰਦ ਰਲ ਕੇ ਹੰਡਾਉਣ ਇਸ ਮੌਸਮ ਨੂੰ, ਜੀਵਨ 'ਚ ਉੱਗ ਪੈਂਦੀਆਂ ਖੁਸ਼ੀਆਂ ਹੀ ਖੁਸ਼ੀਆਂ। ਇੱਕ ਦਿਨ ਆਪ ਗਈ ਰੇਖਾ। ਕਰਨ ਦੇ ਮੰਮੀ ਡੈਡੀ ਘਰ ਹੀ ਆਪਣੇ ਬਾਰੇ ਦੱਸਿਆ, ਚਾਹ ਪੀਤੀ, ਹੌਲੀ ਜੀ ਗੱਲ ਤੋਰੀ ਰਿਸ਼ਤੇ ਬਾਰੇ। ਦੋਵੇਂ ਜੀ ਖੁਸ਼ ਹੋਏ। ਰੇਖਾ ਨੇ ਉਹਨਾਂ ਦੇ ਪਿਆਰ ਬਾਰੇ ਵੀ ਇਸ਼ਾਰਾ ਕੀਤਾ। ਕੁੜੀ ਵੇਖਣ ਦਾ ਸੱਦਾ ਦੇ ਕੇ ਉਹ ਵਾਪਸ ਆ ਗਈ ਘਰ। ਆ ਕੇ ਦੰਮੋ ਨਾਲ ਗੱਲ ਕੀਤੀ, ਸਭ ਕੁਝ ਦੱਸ ਦਿੱਤਾ। ਆਖਿਆ ਰਿਸ਼ਤਾ ਕਰ ਦੇਣਾ ਚਾਹੀਦਾ। ਹੁਣ ਉਡੀਕ ਹੋਣ ਲੱਗੀ ਨਵੇਂ ਮਹਿਮਾਨਾਂ ਦੀ। ਕੋਠੀ ਦੀ ਸਫਾਈ ਕਰਵਾਈ, ਖਾਣ ਪੀਣ ਦਾ ਸਮਾਨ ਮੰਗਵਾ ਲਿਆ। ਕਰਨ ਤੇ ਸੱਸੀ ਬੜੇ ਖੁਸ਼ ਹੋਏ। ਕਾਂਡ 19ਵਾਂ। ਪਿਛਲੇ ਸਾਲਾਂ ਦੌਰਾਨ ਵੱਡਾ ਅੰਤਰ ਆਇਆ ਸੁੱਚੇ ਦੀ ਸੋਚ ਵਿੱਚ। ਬਦਲ ਗਏ ਸਵਾਦ ਤੇ ਆਦਤਾਂ। ਕੋਈ ਅੰਤ ਨਾ ਰਿਹਾ ਪੈਸੇ ਦਾ। ਵੱਡੀ ਪੱਧਰ ਤੇ ਚੱਲਦੀ ਡੈਰੀ, ਪਲਾਟਾਂ ਦਾ ਧੰਦਾ, ਨੋਟ ਛਾਪ ਦਾ ਮਨ ਚਾਹੇ। ਵੇਚ ਕੇ ਜ਼ਮੀਨ ਨੂਰਪੁਰੋਂ ਦਮੋਂ ਵਾਲੀ, ਕਲਾਨੌਰ ਨੇੜੇ ਖਰੀਦ ਲਈ 10 ਏਕੜ। ਗੁਰਦਾਸਪੁਰ ਵੀ ਬਣ ਰਹੀ ਕਨਾਲ 'ਚ ਕੋਠੀ। ਕਦੇ ਕਦਾਈ ਮਿਲਦੀ ਜਦੋਂ ਫੁਰਸਤ, ਸੁੱਚਾ ਮਿਲਾਉਂਦਾ ਮਾਂ ਨੂੰ ਘਰ ਜਾ ਕੇ। ਬਿਮਾਰ ਪਈ ਹੋਈ ਚਿਰਾਂ ਦੀ, ਵੱਡਾ ਭਰਾ ਵੱਖ ਹੋ ਗਿਆ ਕਰਵਾ ਕੇ ਵਿਆਹ। ਆਰਥਿਕ ਹਾਲਤ ਬੜੀ ਨਿੱਘਰੀ ਹੋਈ। ਹਰ ਵਾਰ 1000 ਖੰਡ ਦੇ ਆਉਂਦਾ ਮਾਂ ਨੂੰ। ਭੈਣ ਕੋਲ ਵੀ ਫੇਰਾ ਮਾਰਦਾ ਰਹਿੰਦਾ। ਘਰ ਦੀ ਜ਼ਿੰਮੇਵਾਰੀ ਦੰਮੋਂ ਦੀ, ਰਾਸ਼ਨ ਤੋਂ ਲੈ ਕੇ ਬੱਚਿਆਂ ਦੀਆਂ ਫੀਸਾਂ ਤੱਕ, ਜੋ ਕਰੇ ਸੋ ਦੰਮੋਂ ਕਰੇ। ਸਮੇਂ ਨਾਲ ਫਸ ਗਿਆ ਸੁੱਚਾ। ਮਾਇਆ ਤੇ ਔਰਤਾਂ ਦੇ ਸੁਨਹਿਰੀ ਜਾਲ ਵਿੱਚ ਦੰਮੋਂ ਦਾ ਪਵਿੱਤਰ ਪਿਆਰ ਹੋ ਗਿਆ ਕੀਚਰਾ ਕੀਚਰਾ। ਬਾਜ਼ਾਰੂ ਔਰਤ ਦੀਆਂ ਬੁੱਕਲਾਂ 'ਚ ਹੁਣ ਤਾਂ ਭੁੱਖਾ ਜਿਸਮਾਂ ਦਾ। ਚਲਾ ਜਾਂਦਾ ਅੰਮ੍ਰਿਤਸਰ, ਜਲੰਧਰ ਜਾਂ ਪਠਾਨਕੋਟ ਤੇ 5 ਤਾਰਾ ਹੋਟਲਾਂ 'ਚ, ਉੱਥੇ ਵਾਧੂ ਹੁਸਨ। ਹਰ ਉਮਰ ਦੀਆਂ ਕੁੜੀਆਂ ਜਿਸਮ ਫਰੋਸ਼ੀ ਕਰਦੀਆਂ, ਹੇੜਾਂ ਦੀਆਂ ਹੇੜਾਂ। ਅੱਗ ਲੱਗੀ ਹੋਈ ਇਸ਼ਕ ਦੀ ਕੁੱਲ ਜਹਾਨ ਨੂੰ। ਪੰਜਾਬ ਦਾ ਸੱਭਿਆਚਾਰ ਹੋਇਆ ਪਿਆ ਸਿਰ ਪਰਨੇ। ਜਿਹੜਾ ਨਸ਼ਾ ਨਾ ਮਿਲਦਾ ਸਾਰੇ ਪੰਜਾਬ 'ਚ, ਆਸਾਨੀ ਨਾਲ ਮਿਲ ਜਾਂਦਾ ਹੋਟਲਾਂ 'ਚੋਂ। ਉਹ ਉਲਝ ਗਿਆ ਔਰਤਾਂ ਦੇ ਜਿਸਮੀ ਜੋਗਰਾਫੀਏ 'ਚ। ਮੂੰਹ ਮੋੜ ਲਿਆ ਸਮਾਜਿਕ ਫਰਜ਼ਾਂ ਤੋਂ। ਨਸ਼ਿਆਂ ਦੀ ਅੰਨ੍ਹੇਵਾਹ ਵਰਤੋਂ ਕਾਰਨ ਤੇਜ਼ੀ ਨਾਲ ਖੁਰਦੀ ਜਾਂਦੀ ਸਿਹਤ ਵੀ, ਢਾਲੇ ਪਈ ਹੋਈ ਉਮਰ ਵੀ। ਡੈਰੀ ਖੋਲ੍ਹਣ ਵਾਲੇ ਤੋਂ ਹੀ ਸੁਖੂ ਤੇ ਸੈਣੀ ਉਹਦੇ ਪੱਕੇ ਯਾਰ ਬਣ ਗਏ ਹੋਏ। ਦੋਵੇਂ ਬੜਾ ਚਿੰਤਤ ਪਰੇਸ਼ਾਨ ਹੋਏ ਕਿ ਦੰਮੋਂ ਵਰਗੀ ਹੁਸੈਨ ਪਤਨੀ ਦੇ ਹੁੰਦਿਆਂ ਉਹ ਬਾਹਰ ਕਿਉਂ ਜਾਂਦਾ ਬਾਜ਼ਾਰੂ ਝੱਖ ਮਾਰਨ। ਸਰਪੰਚ ਜਗੀਰ ਨਾਲ ਕਰਦੇ ਬੜੀ ਨਫ਼ਰਤ। ਸਾਰਾ ਖਰਚਾ ਉਹ ਸੁੱਚੇ ਦਾ ਕਰਵਾਉਂਦਾ। ਜਗੀਰ ਹੁੰਦਾ ਨੀਅਤ ਦਾ ਬੜਾ ਬੇਈਮਾਨ ਤੇ ਲਾਲਚੀ, ਖੁਦ ਪ੍ਰਸਤ, ਮੌਕਾ ਪ੍ਰਸਤ। ਚਿਰ ਤੋਂ ਅੱਖ ਰੱਖੀ ਹੋਈ ਸੀ ਉਹਨੇ ਸੁੱਚੇ ਤੇ। ਸੁੱਚਾ ਮਾਲਦਾਰ ਸਾਮੀ ਸੀ ਤੇ ਐਸੇ ਬੰਦਿਆਂ ਦੀ ਲੋੜ ਹੁੰਦੀ ਸਰਪੰਚ ਨੂੰ। ਪਹਿਲਾਂ ਹੋਇਆ ਆਮ ਮੇਲ ਜੋਲ, ਫਿਰ ਬਣ ਗਏ ਪੱਕੇ ਯਾਰ। ਸੁੱਚੇ ਨੂੰ ਵੀ ਹੁੰਦੀ ਏ ਲੋੜ ਕਿਸੇ ਦੋਸਤ ਦੀ, ਜਿਸ ਨਾਲ ਕਰ ਸਕੇ ਉਹ ਦਿਲ ਦੀ ਗੱਲ। ਬਾਕੀ ਪਿੰਡ ਵਿੱਚੋਂ ਤਾਂ ਮਿਲਦਾ ਕੋਈ ਟਾਵਾਂ ਟੱਲਾ ਹੀ। ਜਗੀਰ ਨੇ ਸ਼ੁਰੂ ਕੀਤੀ ਪਹਿਲਾਂ ਸ਼ਰਾਬ ਪਿਆਉਣੀ, ਫਿਰ ਹੌਲੀ ਹੌਲੀ ਲੈ ਗਿਆ ਅਫੀਮ ਤੇ ਸਮੈਕ ਤੱਕ। ਸਾਲ ਤੋਂ ਵੀ ਪਹਿਲਾਂ ਜਾ ਵਾੜਿਆ ਹੋਟਲਾਂ 'ਚ। ਸੁੱਚਾ ਤਾਂ ਰਹਿ ਗਿਆ ਦੰਗ ਵੇਖ ਕੇ ਇੰਨੀਆਂ ਹੁਸੈਨ ਕੁੜੀਆਂ। ਇਸ ਪੜਾਅ ਤੇ ਆ ਕੇ ਭੁੱਲ ਗਿਆ ਦੰਮੋਂ ਦੇ ਪਿਆਰ ਤੇ ਕੁਰਬਾਨੀ ਨੂੰ। ਇੱਕ ਦਿਨ ਸ਼ਾਮੀ ਗੁਰਦਾਸਪੁਰ ਸੁਖੂ ਤੇ ਸੈਣੀ ਨੇ ਵੇਖ ਲਿਆ ਰੇਖਾ ਤੇ ਸੀਰਤ ਨੂੰ। ਬਾਂਹ 'ਚ ਬਾਂਹ ਪਾਈ ਤੁਰੇ ਜਾਂਦਿਆਂ, ਹੱਸਦਿਆਂ, ਕਲੋਲ ਕਰਦਿਆਂ। ਪਿੰਡ 'ਚ ਭਾਰੀ ਚਰਚਾ ਦੋਵਾਂ ਦੇ ਸਬੰਧਾਂ ਦੀ। ਬੜੀ ਸੋਚ ਵਿਚਾਰ ਪਿੱਛੋਂ ਦੋਵੇਂ ਪੁੱਜੇ ਇਸ ਸਿੱਟੇ ਤੇ ਵੀ ਜੇ ਵਿਆਹ ਹੋ ਜਾਏ ਰੇਖਾ ਤੇ ਸੁੱਚੇ ਦਾ, ਇੱਕ ਤਾਂ ਬਚ ਜਾਏ ਉਹ ਉਜੜਨ,
ਤਾਂ ਦੂਜਾ ਔਰਤਾਂ ਪਿੱਛੇ ਨਾ ਭਟਕੇ, ਤੀਜਾ ਬੰਦ ਹੋ ਜੇ ਲੋਕਾਂ ਦੀ ਬਕਵਾਸ। ਉਹਨਾਂ ਗੱਲ ਕੀਤੀ ਸੁੱਚੇ ਨਾਲ, ਇਹੀ ਤਾਂ ਉਹ ਚਾਹੁੰਦਾ ਚਿਰਾਂ ਤੋਂ। ਪਰ ਜਦੋਂ ਸੁਣਿਆ ਰੇਖਾ ਤੇ ਸੀਰਤ ਦੇ ਰੋਮਾਂਸ ਬਾਰੇ, ਸ਼ੀਸ਼ਾ ਵੇਖਿਆ ਸੱਚ ਦਾ, ਉਹ ਕੰਬਣ ਲੱਗਾ ਗੁੱਸੇ ਨਾਲ। ਉਹ ਤਾਂ ਖੁਦ ਮਰਿਆ ਪਿਆ ਹੁੰਦਾ ਰੇਖਾ ਤੇ, ਕਈ ਰਿਸ਼ਤੇ ਵੀ ਤੁੜਵਾਏ ਹੁੰਦੇ ਭਾਨੀ ਮਾਰ ਕੇ। ਉਹ ਸੋਚਦਾ ਵੱਡੇ ਦੁੱਖ ਦੀ ਗੱਲ ਇਹ ਹੋਣੀ ਆ ਜੇ ਫਸ ਗਈ ਰੇਖਾ ਵਿਆਹ ਦੀ ਕੁੰਡੀ 'ਚ। ਲੋਕਾਂ ਕਹਿਣਾ ਮਾਸੀ ਭਾਣਜੇ ਕਰ ਲਿਆ ਵਿਆਹ, ਮੇਰੀ ਸਾਲੀ ਬਣੇ ਮੇਰੇ ਮੁੰਡੇ ਦੀ ਰੰਨ। ਨਹੀਂ, ਬਿਲਕੁਲ ਨਹੀਂ। ਪਹਿਲਾਂ ਕਦੇ ਇੰਜ ਹੋਇਆ ਸੁਣਿਆ ਤੇ ਨਹੀਂ। ਹੱਕ ਤਾਂ ਮੇਰਾ ਬਣਦਾ ਉਹ ਤੇ। ਲੋਕ ਆਖਦੇ ਸਾਲੀ ਅੱਧੀ ਘਰ ਵਾਲੀ। ਮਹੀਨਾ ਭਰ ਰਿਹਾ ਉਹ ਸੋਚਦਾ, ਦਲੀਲਾਂ ਰਿਹਾ ਘੜਦਾ। ਅਖੀਰ ਇੱਕ ਦਿਨ ਨਸ਼ੇ ਦੀ ਘੂਕੀ ਚੜ ਕੇ ਸੁੱਚਾ ਜਾ ਬੈਠਾ ਦਮੋਂ ਕੋਲ। ਉਹ ਸਬਜ਼ੀ ਕੱਟ ਰਹੀ ਹੁੰਦੀ। ਘੜੀ ਪਲ ਕਰਦਾ ਰਿਹਾ ਘਰੇਲੂ ਗੱਲਾਂ, ਫਿਰ ਖੋਲ ਦਿੱਤਾ ਜੰਦਰਾ ਆਪਣੇ ਮਕਸਦ ਦਾ। ਪੱਖ ਰੱਖਿਆ ਵਕੀਲਾਂ ਵਾਂਗ, ਕਿਸੇ ਜੱਟ ਨੇ ਤਾਂ ਰਿਸ਼ਤਾ ਲੈਣਾ ਨਹੀਂ। ਕਈ ਮੁੰਡੇ ਕਰ ਗਏ ਨੇ ਇਨਕਾਰ, ਮਾਸ਼ਿਆ ਘਰ ਭੁੱਖੀ ਮਰੂ। ਆਖਿਆ ਸਗੋਂ ਤੂੰ ਆਪ ਕਰਵਾਏ ਵਿਆਹ ਵਿੱਚ ਪੈ ਕੇ। ਇੱਥੇ ਐਸ਼ਾ ਲੁੱਟਦੀ ਆ, ਰਹਿਣਾ ਤਾਂ ਮੈਂ ਤੇਰਾ ਹੀ ਆ, ਸਗੋਂ ਸੇਵਾ ਕਰੂ ਦੋਵਾਂ ਦੀ। ਇੱਕ ਝੰਜਲਾਹਟ ਵਰਗੀ ਖਾਮੋਸ਼ੀ ਮਣਾ ਮੂੰਹ ਭਾਰੀ ਤਣਗੀ ਕਮਰੇ ਦੇ ਮੌਸਮ 'ਚ। ਆਸੇ ਪਾਸੇ ਦੌੜਦੀ ਬੇਪਰਵਾਹ ਤਨਹਾਈ। ਸੁੰਦਰ ਸੁਪਨੇ ਲੰਘ ਰਹੇ ਸਨ, ਨੀਂਦ ਦੀਆਂ ਨਦਾਨੀਆਂ ਦੀ ਸਲਤਨਤ 'ਚੋਂ ਬੇਖੌਫ ਤੇ ਆਜ਼ਾਦ। ਜ਼ਿੰਦਗੀ ਦਾ ਇਹ ਪਲ ਕਿੱਥੇ ਆ ਕੇ ਰੁਕ ਗਿਆ ਸੀ, ਮੁੱਦਤਾਂ ਪਿੱਛੋਂ ਮੋੜ ਤੇ ਵਹਿਸ਼ੀ ਹੋ ਗਿਆ ਸੀ। ਦਮੋਂ ਤਾਂ ਸੁਣ ਕੇ ਹੈਰਾਨ ਪਰੇਸ਼ਾਨ ਹੋ ਗਈ, ਰੋਣ ਹਾਕੀ। ਬੋਲ ਨਹੀਂ ਅੱਗ ਦੇ ਗੋਲੇ ਮੱਚਦੇ ਭਾਂਬੜ ਸੀ, ਜਿਨ੍ਹਾਂ 'ਚ ਬੁਰੀ ਤਰ੍ਹਾਂ ਲੂਸ ਗਏ। ਦਮੋਂ ਦੀ ਪਵਿੱਤਰ ਮੁਹੱਬਤ ਤੇ ਰੇਸ਼ਮੀ ਬਲਬਲੇ। ਡੂੰਘੀ ਉਦਾਸੀ 'ਚੋਂ ਬੋਲੀ ਦਮੋਂ, ਸੁੱਚੇ ਮੈਂ ਤੈਨੂੰ ਰੱਜ ਕੇ ਪਿਆਰ ਕੀਤਾ, ਆਪਣੀ ਮਹਿਕ ਦੀ ਜਵਾਨੀ ਰੱਖੀ ਤੇਰੇ ਕਦਮਾਂ 'ਚ, ਆਪਣੀ ਸਾਰੀ ਜਾਇਦਾਦ ਵੇਚ ਕੇ ਤੇਰੇ ਹੱਥ ਫੜਾਈ, ਤੇ ਤੂੰ ਇਹ ਇਨਾਮ ਦੇ ਰਿਹਾ ਮੈਨੂੰ। ਸੁੱਚੇ ਕੁਛ ਤਾਂ ਸੋਚ। ਕਦੇ ਡਰ ਨਹੀਂ ਲੱਗਾ ਸੁੱਚੇ ਨੂੰ ਜ਼ਿੰਦਗੀ ਦੇ ਕਿਸੇ ਸਵਾਲ ਤੋਂ, ਪਰ ਅੱਜ ਜਦੋਂ ਦਮੋਂ ਨੇ ਸਵਾਲ ਪਾਇਆ ਰੇਖਾ ਦਾ, ਲੱਗਾ ਜ਼ਿੰਦਗੀ ਸਾਫ਼ ਤੇ ਪੱਧਰੀ ਨਹੀਂ ਸੀ, ਕੋਰੇ ਕਾਗਜ਼ ਵਾਂਗ। ਜਮਾਂ ਤਕਸੀਮ ਦਾ ਸਵਾਲ ਵੀ ਨਹੀਂ ਸੀ ਜਿਹਨੂੰ ਹੱਲ ਕੀਤਾ ਜਾ ਸਕਦਾ ਹੋਵੇ ਸਲੇਟਾਂ ਤੇ। ਦਮੋਂ ਨੂੰ ਛੱਡ ਕੇ ਰੋਂਦੀ ਕੁਰਲਾਉਂਦੀ ਝੂਲਦਾ ਸੁੱਚਾ ਚਲਾ ਗਿਆ। ਜਾਂਦਾ ਆ ਗਿਆ, 2-4 ਦਿਨਾਂ 'ਚ ਹੋਣਾ ਚਾਹੀਦਾ ਫੈਸਲਾ। ਇਹ ਮੇਰਾ ਹੱਕ ਵੀ ਆ, ਲੋੜ ਵੀ, ਤੇਰਾ ਨਾਲੇ ਘਰ ਸੰਭਾਲੂ। ਸੁਣ ਕੇ ਸੁੱਚੇ ਦੀ ਬੇਜੋੜ ਮੰਗ ਦਮੋਂ ਡਿੱਗ ਪਈ ਜਿਵੇਂ ਅੰਬਰਾਂ ਤੋਂ, ਸਿਰ ਭਰਨੇ ਧਰਤੀ ਤੇ। ਉਂਝ ਤਾਂ ਮਹਿਸੂਸ ਕਰਦੀ ਆ ਰਹੀ ਲੰਮੇ ਸਮੇਂ ਤੋਂ, ਸੁੱਚਾ ਉਹ ਤੋਂ ਜਾ ਰਿਹਾ ਦੂਰ, ਜਿਵੇਂ ਹੁੰਦੀ ਨਾ ਹੋਵੇ ਉਹਦੀ ਭੁੱਖ ਦੀ ਪੂਰਤੀ, ਬਾਕੀ ਬਚ ਜਾਂਦੀ ਹੋਵੇ ਜਿਵੇਂ, ਰਹੀ ਨਾ ਹੋਵੇ ਉਹ ਬਰਾਬਰ ਦੀ ਅੱਗ। ਸੋਚਦੀ ਆਦਮੀ ਨਹੀਂ ਹੁੰਦਾ, ਲਾਲਚੀ ਗਰਜ ਹੁੰਦੀ ਹੈ। ਉਮਰ ਦੇ ਇਸ ਮੋੜ ਤੇ ਸਮਝ ਆਈ ਦਮੋਂ ਨੂੰ, ਮਰਦ ਦੀ ਬੇਵਫਾਈ ਦਾ ਹੁੰਦਾ ਨਹੀਂ ਕੋਈ ਮੇਚ ਬੰਨਾ। ਸੁੱਚੇ ਦੀ ਮੁਹੱਬਤ ਸੁੱਚੀ ਨਾ ਸੱਚੀ ਸੀ, ਜੇ ਹੁੰਦੀ ਤਾਂ ਉਮਰਾਂ ਤੋਂ ਲੰਮੀ ਹੁੰਦੀ। ਇਹ ਹਕੀਕਤ ਵੀ ਆਈ ਸਾਹਮਣੇ ਜਦੋਂ ਕੋਈ ਪ੍ਰੇਮਿਕਾ ਬਣ ਜਾਂਦੀ ਹੈ ਪਤਨੀ, ਫਿਰ ਬਣ ਨਹੀਂ ਸਕਦੀ ਦੁਬਾਰਾ ਉਹ ਪ੍ਰੇਮਿਕਾ। ਪਤਨੀ ਤੋਂ ਪ੍ਰੇਮਿਕਾ 'ਚ ਅੰਤਰ ਲੱਖਾਂ ਕੋਹਾਂ ਦਾ। ਉਲਝੀ ਨਹੀਂ ਸੁੱਚੇ ਨਾਲ, ਉਹਨੂੰ ਪਤਾ ਸੁੱਚਾ ਹੁਣ ਬਦਲ ਚੁੱਕਾ ਹੈ, ਉਹ ਅਣਜਾਣ ਨਹੀਂ ਹੁੰਦੀ ਉਹਦੇ ਹੋਟਲਾਂ ਦੇ ਚੱਕਰਾਂ ਤੋਂ। ਸਮਝਾਉਂਦੀ ਦਿਲ ਨੂੰ, ਹਰੇਕ ਮਰਦ ਗਾਹਕ ਹੁੰਦਾ ਨਰੋਏ ਤਾਜ਼ੇ ਮਾਸ ਦਾ। ਦਮੋਂ ਵਰਿਆਂ ਨੂੰ ਹੰਢਾਈ ਜਾਂਦੀ ਸੀ, ਪਰ ਉਹ ਰੰਗੀਨ ਯਾਦਾਂ ਨੂੰ ਨਹੀਂ ਸੀ ਖਰਚਦੀ। ਉਸ ਕੋਲ ਹੁਣ ਦਿਲ ਨਾਲ ਆਰਥਿਕ ਅਮੀਰੀ ਵੀ ਹੈ ਸੀ, ਪਰ ਉਹ ਨਹੀਂ ਸੀ ਖਰੀਦ ਕੇ ਦੇ ਸਕਦੀ ਸੁੱਚੇ ਨੂੰ ਕੁਆਰਾ ਹੁਸਨ। ਬੜੀ ਮਾਰ ਝੱਲੀ ਸੀ ਉਹਨੇ, ਮਰਦ ਦੀਆਂ ਕਾਮਰੂਪੀ ਕੜਕਦੀਆਂ ਬਿਜਲੀਆਂ ਦੀ। ਮਸੀਂ ਜੁੜੀ ਸੀ ਪੂਰੀ ਹੋ ਕੇ। ਉਦੋਂ ਮੰਨਦੀ ਔਰਤ ਬੁੱਢੀ ਹੋਈ ਆਪਣੇ ਆਪ ਨੂੰ, ਜਦੋਂ ਲੰਘ ਜਾਵੇ ਉਹਦਾ ਮਰਦ ਬੇਧਿਆਨਾ ਹੋ ਕੇ ਉਹਦੇ ਕੋਲ ਦੀ, ਜਦੋਂ ਮਰਦ ਦੀ ਚਾਹਤ ਬੁੱਢੀ ਹੋ ਜਾਏ ਉਸ ਲਈ। ਖਾਸ਼ਾਂ ਸੁਪਨੇ ਜਵਾਨ ਤਾਂ ਔਰਤ ਵੀ ਜਵਾਨ। ਸੋਚਦੀ ਸਾਡੀ ਮੁਹੱਬਤ ਦੇ ਜਜ਼ਬਿਆਂ ਦਾ ਮਹਿਲ ਸੁੱਚੇ ਦੀ ਸੈਕਸੀ ਹੰਬੜ ਦੇ ਤੂਫਾਨ ਨਾਲ ਹੋ ਗਿਆ ਤਬਾਹ। ਹੁਣ ਕੀ ਰਹਿ ਗਿਆ ਬੋਲਣ ਸੁਣਨ ਨੂੰ? ਇੱਕੋ ਛੱਤ ਹੇਠ ਰਹਿ ਰਹੇ ਆ ਅਜਨਬੀਆਂ ਵਾਂਗ। ਉਹ ਵੱਡੀ ਟੁੱਕੀ ਗਈ ਬੇਵਫਾਈ ਦੇ ਟੋਕੇ ਨਾਲ। ਦੋਵਾਂ ਦੀ ਜ਼ਿੰਦਗੀ ਸ਼ਾਂਤ ਅਡੋਲ ਪਾਣੀਆਂ ਵਰਗੀ ਦਿਸਦੀ ਬਾਹਰੋਂ। ਪਤਾ ਉਂਝ ਦੋਵਾਂ ਨੂੰ ਹੀ ਸੀ ਕਿ ਆਹ ਸ਼ਾਂਤ ਪਾਣੀ ਆ ਗਏ ਸਨ ਬੁਸਣ ਤੇ। ਇਹਨਾਂ ਪਾਣੀਆਂ ਤੇ ਕਾਈ ਜੰਮਣ ਲੱਗ ਪਈ ਸੀ ਚੁੱਪਦੀ। ਜੇ ਇੱਜ਼ਤ ਤੇ ਮੁਹੱਬਤ ਨੂੰ ਕਰਦੀ ਏ ਅਲੱਗ, ਬਾਕੀ ਬਚਦੀ ਮਿੱਟੀ। ਉਹ ਪਾਗਲਾਂ ਹਾਰ ਸੋਚਦੀ ਕਿ ਮੈਂ ਰੇਖਾ ਤੋਂ ਘੱਟ ਸੁੰਦਰ ਕਿੱਦਾਂ ਬਣਾ ਲਵਾਂ ਸੌਕਣ ਭੈਣ ਨੂੰ। ਦੋਵਾਂ ਦਾ ਮੇਚ ਵੀ ਕੋਈ ਨਹੀਂ, ਉਮਰ ਦਾ ਨਾ ਲਿਆਕਤ ਦਾ। ਉਹ 8ਵੀਂ ਫੇਲ, ਉਹ MA ਪਾਸ। ਇਹ ਹੰਢਿਆ ਵਰਤਿਆ ਕੱਪੜਾ, ਉਹ ਅਣਅਲੱਗ ਕੋਰੀ ਚਾਦਰ। ਦਮੋਂ ਨੂੰ ਸੁਣ ਕੇ ਹੈਰਾਨੀ ਹੋਈ, ਯਕੀਨ ਜਿਹਾ ਨਹੀਂ ਆਉਂਦਾ ਕਿ ਰੇਖਾ ਤੇ ਸੀਰਤ ਦਾ ਅਫੇਅਰ ਹੋ ਸਕਦਾ। ਉਸੇ ਪਲ ਸੋਚਦੀ ਦੋਵੇਂ ਜਵਾਨ ਨੇ, ਪੜ੍ਹੇ ਲਿਖੇ ਨੇ, ਕੋਈ ਗਲਤ ਫੈਸਲਾ ਨਹੀਂ ਕਰਨਗੇ। ਉਹਨੇ ਮਨ ਬਣਾਇਆ ਖੁਦ ਰੇਖਾ ਨੂੰ ਪੁੱਛਣ ਦਾ। ਇੱਕ ਛੁੱਟੀ ਵਾਲੇ ਦਿਨ ਦਮੋਂ ਗਈ ਰੇਖਾ ਦੇ ਕਮਰੇ 'ਚ। ਆਦਤ ਪੱਕੀ ਦਮੋਂ ਦੀ,
ਉਹ ਘੱਟ ਹੀ ਜਾਂਦੀ ਰੇਖਾ ਤੇ ਸੀਰਤ ਦੇ ਕਮਰੇ 'ਚ। ਰੇਖਾ ਨੇ ਸੋਫੇ ਤੇ ਬਿਠਾਇਆ, ਆਪ ਵੀ ਬੈਠ ਗਈ ਕੋਲ। ਰੇਖਾ, ਮੈਂ ਤੇਰੇ ਤੇ ਸੀਰਤ ਬਾਰੇ ਕੁਝ ਗਲਤ ਸੁਣ ਰਹੀ ਹਾਂ, ਕੀ ਇਹ ਸੱਚ ਏ? ਰੇਖਾ ਨੇ ਵੇਖਿਆ ਦੀਦੀ ਦੇ ਨੈਣਾਂ 'ਚ ਆਪ ਹੁਦਰੇ ਹੰਝੂ ਝੁਕੇ ਹੋਏ ਪਲਕਾਂ ਤੇ। ਵਿਚਲੀ ਗੱਲ ਸਮਝ ਗਈ। ਦੀਦੀ, ਇਹ ਸਭ ਠੀਕ ਨਹੀਂ ਹੈਗਾ। ਸਮੇਂ ਦਾ ਸੱਚ ਇਹ ਆ, ਸੀਰਤ ਤੇ ਮੈਂ ਦੋਸਤ ਜ਼ਰੂਰ ਹਾਂ, ਸਰੀਰਕ ਸੰਬੰਧਾਂ ਵਾਲੀ ਗੱਲ ਨਹੀਂ ਹੈਗੀ ਕੋਈ। ਅਸੀਂ ਵਿਆਹ ਵੀ ਜ਼ਰੂਰ ਕਰਾਂਗੇ, ਇਸ ਵਿੱਚ ਦੱਸੋ ਕੀ ਮਾੜਾ ਹੈ? ਪਰ ਕੀ ਲੋਕ ਮਾਸੀ ਭਾਂਜੇ ਦੇ ਰਿਸ਼ਤੇ ਨੂੰ ਪ੍ਰਵਾਨ ਕਰਨਗੇ? ਦੀਦੀ, ਲੋਕ ਤਾਂ ਬਕਵਾਸ ਕਰਦੇ ਹੀ ਹੁੰਦੇ ਆ। ਚੰਗਾ ਕਰੋ ਭਾਵੇਂ ਮਾੜਾ, ਹੋਰ ਕੰਮ ਵੀ ਕੀ ਆ ਵਿਹਲੇ ਲੋਕਾਂ ਨੂੰ। ਪੜ੍ਹੇ ਲਿਖੇ ਲੋਕ ਨਹੀਂ ਵੇਖਦੇ ਰੜੇ ਰਿਸ਼ਤਿਆਂ ਨੂੰ। ਮੁਸਲਮਾਨਾਂ ਤੇ ਦੁਨੀਆ ਦੇ ਕਈ ਹੋਰ ਕਬੀਲਿਆਂ ਚਾਚੇ ਤਾਏ, ਹੁਣ ਤਾਂ ਮਾਮੀ ਮਾਸੀ ਭੈਣ ਭੂਆ ਆਦਿ ਦੀਆਂ ਕੁੜੀਆਂ ਕਰ ਰਹੀਆਂ ਵਿਆਹ। ਰਿਸ਼ਤੇ ਦੇ ਭਰਾਵਾਂ ਨਾਲ ਗਏ ਪੁਰਾਣੇ ਵਹਿਮ, ਕੋਈ ਚੱਕਰ ਨਹੀਂ ਮਾਸੀ ਦਾ ਸਕੀ ਭੈਣ ਤੋਂ ਬਗੈਰ। ਕੋਈ ਰਿਸ਼ਤਾ ਵੀ ਵਰਜਿਤ ਨਹੀਂ ਰਿਹਾ ਹੈਗਾ, ਨਾ ਕਦੇ ਹੁੰਦਾ ਸੀ ਮੁੱਢ ਕਦੀਮਾ ਤੋਂ। ਪਰ ਜੇ ਤੇਰਾ ਜੀਜਾ ਨਾ ਮੰਨਿਆ। ਪਲ ਦੀ ਪਲ ਫੈਲ ਗਈ ਆਸੇ ਪਾਸੇ ਖਾਮੋਸ਼ੀ। ਦੋਵੇਂ ਪਈਆਂ ਸੋਚੀ ਮੱਥੇ ਤੇ ਵੱਟ ਗਵਾਹੀ ਦਿੰਦੇ ਡੂੰਘੀ ਪਰੇਸ਼ਾਨੀ ਦੀ। ਭੈਣ ਅੱਗੇ ਕੋਈ ਲੁਕੋ ਨਹੀਂ ਰੱਖਣਾ ਚਾਹੁੰਦੀ ਰੇਖਾ। ਨੀਵੀਂ ਪਾਈ ਬੋਲੀ, ਦੀਦੀ, ਜੀਜਾ ਤਾਂ ਖੁਦ ਉਮੀਦਵਾਰ ਬਣਿਆ ਪਿਆ। ਇੱਕ ਦਿਨ ਕਹਿਣ ਲੱਗਾ ਮੇਰੇ ਨਾਲ ਵਿਆਹ ਕਰਵਾ ਲੈ। ਤੇਰੀ ਦੀਦੀ ਵੀ ਮੰਨਦੀ ਏ। ਜੇ ਸੀਰਤ ਵੇਖ ਲਿਆ ਨਾਲ ਤੇਰੇ ਘਰੋਂ ਕੱਢ ਦੂੰ। ਹੰਝੂ ਤੈਰ ਆਏ ਰੇਖਾ ਦੀਆਂ ਗੱਲਾਂ ਤੇ। ਨਵੀਂ ਗੱਲ ਨਹੀਂ ਸੀ ਦਮੋ ਲਈ। ਉਹਨੇ ਰੇਖਾ ਨੂੰ ਲਾ ਲਿਆ, ਛਾਤੀ ਨਾਲ ਧਰਵਾਸਾ ਦਿੱਤਾ। ਝੂਠ ਬੋਲਦਾ ਹੈ, ਮੈਂ ਕਿਤੇ ਹੋਣ ਦਿਆਂਗੀ ਇਹ ਅਨਰਥ। ਤੂੰ ਦਿਲ ਕਿਉਂ ਛੱਡਦੀ ਹੈ? ਵਿਆਹ ਤੇਰਾ ਸੀਰਤ ਨਾਲ ਹੀ ਹੋਊ। ਮੁਸਕਰਾ ਕੇ ਰੇਖਾ ਘੁੱਟ ਲਿਆ ਦੀਦੀ ਨੂੰ ਬਾਹਾਂ ਵਿੱਚ। ਹੋਰ ਦਮੋ ਕੀ ਸਮਝਾਉਂਦੀ ਪੜ੍ਹੀ ਲਿਖੀ ਭੈਣ ਨੂੰ। ਮਾਨਸਿਕ ਬੇਚੈਨੀ ਦੇ ਤਣਾਅ 'ਚ ਡੁੱਬੀ ਹੇਠਾਂ ਉਤਰ ਆਈ। ਹਫ਼ਤੇ ਕੁ ਪਿੱਛੋਂ ਸੁੱਚਾ ਆਇਆ ਸ਼ਾਮੀ। ਦਮੋ ਡੀਕ ਕਰ ਰਹੀ ਹੁੰਦੀ ਏ। ਉਹ ਤਰਬਕੀ ਸੁੱਚੇ ਵੱਲ ਵੇਖ ਕੇ ਸਾਹ ਕਾਲੇ ਪੈ ਗਏ। ਪਹਿਲਾਂ ਕਦੇ ਨਹੀਂ ਵੇਖੀ ਹੁੰਦੀ ਐਸੀ ਹਾਲਤ। ਪਾਟਣੇ ਆਈਆਂ ਅੱਖਾਂ 'ਚੋਂ ਅੱਗ ਵਰਸਦੀ ਨਫ਼ਰਤ ਦੀ। ਉਗੜ ਦੁਗੜੇ ਕੱਪੜੇ, ਸੱਜੇ ਹੱਥ 'ਚ ਬੋਤਲ, ਜੂੜਾ ਖੁੱਲ੍ਹਾ, ਵਾਲ ਖਿਲਰੇ, ਪੈਰੀਂ ਜੁੱਤੀ ਵੀ ਹੈ ਨਾ, ਜਿਵੇਂ ਲੜ ਝਗੜ ਕੇ ਆਇਆ ਹੋਵੇ ਕਿਸੇ ਨਾਲ। ਉਹ ਤੇਜ਼ੀ ਨਾਲ ਲੱਗੇ ਹੋਈ। ਸੁੱਚੇ, ਆ ਕੀ ਹੋਇਆ? ਬਾਹੋਂ ਫੜ ਕੇ ਆ, ਮੰਜੇ ਤੇ ਬੈਠ। ਦੋਵੇਂ ਹੱਥ ਲੱਪਕੇ ਉਹਦੀ ਬਾਂਹ ਵੱਲ। ਦਮੋ ਦੀ ਸਾਰੀ ਜਿੰਦ ਜਿਵੇਂ ਖਲੋ ਗਈ ਉਹਦੇ ਨੈਣਾਂ 'ਚ। ਮੈਂ ਬੈਠਣ ਨਹੀਂ, ਕੁਝ ਦੱਸਣ ਆਇਆ। ਹੱਥ ਝਟਕਦੇ ਗੁੱਸੇ ਨਾਲ ਦਮੋ ਦੇ। ਬੈਠ ਕੇ ਦੱਸ, ਖੜਾ ਕਿਉਂ ਹੈ? ਸਮਝ ਗਈ ਦਮੋ ਗੱਲ ਕੋਈ ਅਵੈੜੀ ਹੈ। ਤੂੰ ਹੁਣ ਉਹ ਦਮੋ ਨਹੀਂ ਰਹੀ। ਮਾਸੀ ਬਣ ਗਈ ਹੈ ਮਾਸੀ। ਇੱਕ ਮਾਸੀ ਨੇ ਮੈਨੂੰ ਪੱਟਿਆ, ਦੂਜੀ ਨੇ ਮੇਰੇ ਮੁੰਡੇ ਨੂੰ। ਤੈਨੂੰ ਸਾਰਾ ਪਤਾ ਹੈ। ਨਸ਼ੇ ਕਰਕੇ ਝੂਲਣ ਲੱਗਾ। ਦਮੋ ਪੈਰਾਂ ਤੱਕ ਸੁੰਨ ਹੋ ਗਈ। ਚੀਰ ਪਾਉਂਦੀ ਕੰਬਣੀ ਫੈਲ ਗਈ ਪਿੰਡੇ ਤੇ। ਛਲਣੀ ਕਰਦੇ ਗਏ ਛਾਤੀ ਨੂੰ ਜ਼ਹਿਰੀਲੇ ਬੋਲ। ਸੁੱਚੇ ਨੇ ਪਾੜ ਖਾਣੀਆਂ ਨਜ਼ਰਾਂ ਸੇਧਤ ਕੀਤੀਆਂ ਦਮੋ ਵੱਲ। ਬੋਲਦੀ ਨਹੀਂ, ਦੇ ਜਵਾਬ। ਮੈਨੂੰ ਕਹਿੰਦੀ ਮੰਨਦੀ ਨਹੀਂ, ਜੋੜ ਨਹੀਂ ਬਣਦਾ। ਹੁਣ ਵੇਖੀ ਸੀਰਤ ਨਾਲ ਬਣਦਾ ਜੋੜ। ਇਹ ਸਭ ਤੇਰੀ ਸਾਜ਼ਿਸ਼ ਆ। ਕਿਸੇ ਦੈਂਤ ਦੇ ਭਿਆਨਕ ਹਾਸੇ ਵਰਗੇ ਬੋਲ ਪ੍ਰਗਟਾਵਾ ਸਨ ਉਹਦੀ ਅੰਦਰਲੀ ਬੇਚੈਨੀ ਦਾ। ਸੁਣਨਾ ਮੁਹਾਲ ਹੋ ਗਿਆ ਦਮੋ ਲਈ। ਸਾਂ ਕਰਨ ਲੱਗੇ ਕੰਨ। ਫਿਰ ਵੀ ਕਚੇਚੀ ਵੱਟੀ ਗੁੱਸੇ ਨੂੰ। ਅੰਦਰ ਦੀ ਅੱਗ ਠਾਰ ਕੇ ਬੋਲੀ, ਸੁੱਚੇ, ਕੀ ਬੋਲੀ ਜਾਂਦਾ? ਸ਼ਰਾਬੀ ਹੋਇਆ। ਸਵੇਰੇ ਗੱਲ ਕਰਾਂਗੇ। ਬਾਹੋਂ ਫੜ ਕੇ ਚੱਲਾ, ਰੋਟੀ ਖਾਈਏ, ਪਿਆਰ ਨਾਲ ਕਿਹਾ ਦਮੋ ਨੇ। ਰੋਟੀ ਨਹੀਂ, ਮੈਨੂੰ ਚਾਹੀਦੀ ਆ ਰੇਖਾ। ਤੂੰ ਨਹੀਂ ਉਹਨੂੰ ਮੰਨਣ ਦਿੰਦੀ ਕੁੱਤੀਏ ਕਮਜਾਤੇ। ਸੁੱਚੇ ਨੇ ਪੈਰ ਪਟਕੇ ਫਰਸ਼ ਤੇ। ਦਮੋ ਨੂੰ ਮਾਰ ਗਿਆ ਜਿਵੇਂ ਲਕਵਾ। ਸਾਰੀ ਕੋਠੀ ਦਾ ਕੱਚ ਜਿਵੇਂ ਪੁੜ ਗਿਆ ਦਿਲ 'ਚ। ਰਾਤ ਸਹਿਮੀ ਹੋਈ ਖੜੀ ਸੀ ਬਾਹਰਲੇ ਦਰਵਾਜ਼ੇ ਤੇ। ਚੱਲ ਰਹੀ ਪਾਉਣ ਦੇ ਸਾਹ ਜਿਵੇਂ ਲੜਖੜਾ ਗਏ ਹੋਣ। ਇੱਕ ਬੋਲ ਬਾਰੂਦ ਸੀ ਨਫ਼ਰਤ ਦਾ। ਆਸੇ ਪਾਸੇ ਮੌਸਮ ਸੀ ਦੁਰਗੰਧ ਤੇ ਬੇਵਿਸ਼ਵਾਸੀ ਦਾ। ਪਹਿਲਾਂ ਵੀ ਕਈ ਵਾਰ ਉੱਚਾ ਨੀਵਾਂ ਬੋਲੇ, ਪਰ ਸੁੱਚੇ ਨੇ ਕਦੇ ਕਹੇ ਨਹੀਂ ਹੁੰਦੇ ਇੰਨੇ ਨਿਰਦਈ ਤੇ ਜ਼ਾਲਮ ਬੋਲ। ਕੀਤੀ ਨਾ ਕਦੇ ਜਾਤ ਦੇ ਨਾਂ ਤੇ ਬੋਲਾਂ ਤੇ ਬੰਬਾਂ ਦੀ ਵਰਖਾ। ਉਹ ਹੰਝੂ ਕੇਰਦੀ ਲੱਗੀ ਰਹੀ ਰਜਾਈ ਨਾਲ। ਸੁੱਚਾ ਗਾਲਾਂ ਕੱਢਦਾ, ਤਾਨੇ ਮਿਹਣੇ ਦਿੰਦਾ ਚਲਾ ਗਿਆ ਆਪਣੇ ਕਮਰੇ 'ਚ। ਦਮੋ ਦੇ ਹੋਠਾਂ ਤੋਂ ਟੁੱਟੀ ਹੋਈ ਪੱਤੀ ਵਰਗੀ ਮੁਸਕਰਾਹਟ ਵੀ ਮਧੋਲੀ ਗਈ ਸੁੱਚੇ ਦੇ ਪੈਰਾਂ ਹੇਠ। ਕੁਛ ਦੇਰ ਪਿੱਛੋਂ ਦਮੋ ਗਈ ਵੇਖਣ ਪਈ ਕਿਤੇ ਸ਼ਰਾਬੀ ਹੋਇਆ ਨੰਗਾ ਨਾ ਪਿਆ ਰਹੇ, ਬਿਮਾਰ ਹੋ ਜੂ। ਅੱਗੇ ਪਿਆ ਤਾਂ ਉਹ ਬੇਸੁਰਤ, ਅੱਧਾ ਕੁਰਸੀ ਅੱਧਾ ਮੰਜੇ ਤੇ। ਦਮੋ ਨੇ ਸਿੱਧਾ ਕਰਕੇ ਰਜਾਈ ਦਿੱਤੀ, ਸਿਰਹਾਣੇ ਟੇਬਲ ਤੇ ਪਾਣੀ ਤੇ ਦੁੱਧ ਰੱਖਤਾ। ਸੁੱਚੇ ਵੱਲ ਵੇਖ ਕੇ ਉਹਦੇ ਬੁੱਲ ਹਿੱਲੇ, ਪਰ ਸ਼ਬਦ ਭੁਰ ਗਏ ਬੁੱਲਾਂ ਤੇ ਆ ਕੇ। ਨੈਣਾਂ 'ਚ ਭਰ ਆਏ ਸੁਰਖ ਅੱਥਰੂ ਤੇ ਹੋਠਾਂ ਤੇ ਇੱਕ ਰੋਂਦੀ ਮੁਸਕਰਾਹਟ। ਫਿਰ ਸਾਰੀ ਰਾਤ ਉਹ ਜਾਗਦੀ, ਰੋਂਦੀ ਤੇ ਸੋਚਦੀ। ਇੰਨੇ ਵਰਿਆਂ ਪਿੱਛੋਂ ਵੀ ਜਾਤੀਵਾਦ ਦੀ ਕੁੜੱਤਣ ਸਥਿਰ ਸੀ। ਟੋਟੇ ਕਰਤਾ ਦਮੋ ਦੇ ਵਜੂਦ ਨੂੰ। ਜੱਟਵਾਦ ਦੀਆਂ ਆਰੀਆਂ ਨੇ
ਇਹ ਉਹਦੇ ਸਵੈਮਾਨ ਤੇ ਅਣਖ ਤੇ ਮਾਰੂ ਸੱਟ ਸੀ। ਦਮੋ ਜਾਣਦੀ ਸੀ ਇਸ ਸਮਾਜ 'ਚ ਹਰ ਔਰਤ ਜਾਣਦੀ ਸਾਹ ਘੁੱਟ ਕੇ ਮਰਨਾ, ਪਰ ਸਾਹ ਲੈਣ ਲਈ ਕਿਸੇ ਬੂਹੇ ਜਾਂ ਬਾਰੀ ਨੂੰ ਤੋੜਨ ਦੀ ਰੱਖਦੀ ਨਹੀਂ ਹਿੰਮਤ। ਉਹਦੇ ਨੈਣਾਂ 'ਚੋਂ ਉਬਲ ਆਏ ਹੰਝੂਆਂ ਦੀ ਭਾਫ ਲਾਲ ਸੀ। ਸਾਰੀ ਰਾਤ ਹੰਝੂਆਂ ਨਾਲ ਧੋਂਦੀ ਰਹੀ ਫਰਸ਼ ਨੂੰ, ਸੁਕਾਉਂਦੀ ਰਹੀ ਤੱਤੇ ਹੌਕਿਆਂ ਨਾਲ, ਨਿਸ਼ਾਨਦੇਹੀ ਕਰਦੀ ਰਹੀ ਵਾਪਰਨ ਵਾਲੀ ਹੋਣੀ ਦੇ ਨਿੱਕੇ ਮੋਟੇ ਹਾਦਸਿਆਂ ਦੀ। ਉਹ ਸੌਂ ਜਾਣਾ ਚਾਹੁੰਦੀ, ਮਨ ਤੋਂ ਉੱਜਾਂ ਦੀ ਮਿੱਟੀ ਝਾੜ ਕੇ, ਭੈੜੀਆਂ ਸੋਚਾਂ ਕੱਢ ਕੇ ਮਨ 'ਚੋਂ, ਪਰ ਅੱਜ ਤਾਂ ਸਾਰੇ ਵਜੂਦ ਦੀ ਭਸਮ 'ਚੋਂ ਉੱਡ ਰਹੀਆਂ ਨੇ ਚਿਣਗਾਂ ਹੀ ਚਿਣਗਾਂ। ਤੜਕੇ ਜਾਗ ਖੁੱਲੀ ਸੁੱਚੇ ਦੀ, ਨਸ਼ੇ ਦੀ ਤੋਟ ਕਰਕੇ ਜਾਵੇ ਨਾ ਹਿੱਲਿਆ। ਉਹ ਯਾਦ ਕਰਨ ਲੱਗਾ ਰਾਤੀ ਦਮੋ ਨਾਲ ਹੋਈ ਗੱਲਬਾਤ ਦੇ ਅੰਸ਼ਾਂ ਨੂੰ। ਆਪਣੇ ਕੀਤੇ ਕਾਰੇ ਦੀ ਲਾਸ਼ ਤੈਰ ਆਈ ਸੁਰਖ ਨਸ਼ਈ ਅੱਖਾਂ 'ਚ। ਪਹਿਲਾਂ ਮਨ ਮਸਤਕ ਤੇ ਤੇਤਰੀਆਂ ਮੇਤਰੀਆਂ ਜਿਹੀਆਂ ਗੱਲਾਂ ਉਭਰੀਆਂ, ਫਿਰ ਸਾਫ਼ ਹੋਣ ਲੱਗੀਆਂ। ਕੋਲ ਅੱਖੀ ਦੇਖਿਆ ਰੇਖਾ ਤੇ ਸੀਰਤ ਦਾ ਰੋਮਾਂਟਿਕ ਸੀਨ ਆ ਖਲੋਤਾ ਸਾਹਮਣੇ। ਉਹ ਧੁੜ-ਧੁੜੀ ਲੈ ਕੇ ਕੰਬਿਆ। ਗੁੱਸਾ ਫੇਰ ਭੜਕਿਆ। ਸੋਚਦਾ ਜੇ ਦਮੋ ਚਾਹਵੇ ਕਰਵਾ ਸਕਦੀ ਹੈ ਮੇਰਾ ਵਿਆਹ। ਵਧੇਰੇ ਕਰੋਧ ਉੱਤੇ ਚੜ੍ਹਦਾ ਜਦੋਂ ਦਮੋ ਅੱਗੋਂ ਬੋਲਦੀ ਨਾ ਜਵਾਬ ਦਿੰਦੀ। ਖਾਮੋਸ਼ ਖਲਾ ਨੂੰ ਘੂਰਦੀ ਰਹਿੰਦੀ, ਗਮਗੀਨ ਤੇ ਉਦਾਸ। ਦਮੋ ਯਾਦ ਆਈ, ਪਾਰਾ ਫੇਰ ਗਰਮ ਹੋ ਗਿਆ। ਮੱਥੇ ਪੈ ਗਏ ਵੱਟ, ਨਸਾਂ ਗਈਆਂ ਖਿੱਚੀਆਂ। ਵਿਸਕੀ ਦਾ ਵੱਡਾ ਪੈਗ ਸੁੱਟਿਆ ਅੰਦਰ, ਨਸ਼ਾ ਤੇ ਗੁੱਸਾ ਮਧਾਣੀ ਵਾਂਗ ਘੁੰਮਿਆ ਨਾੜਾ 'ਚ। ਉਹ ਜਲਦੀ ਨਾਲ ਤਿਆਰ ਹੋਇਆ, ਇੱਕ ਪੈਗ ਹੋਰ ਪੀਤਾ, ਦੂਜੀ ਮੰਜ਼ਿਲ ਤੇ ਗਿਆ। ਸੀਰਤ ਤੇ ਰੇਖਾ ਦੇ ਕਮਰੇ ਕੋਲ ਗੁੱਸਾ ਚੜਿਆ ਪੈਟਰੋਲ ਦੀ ਅੱਗ ਵਾਂਗ। ਹਿਰਖ ਤੇ ਰੰਜਸ਼ ਨੇ ਫੜ ਲਿਆ ਦਿਲ ਨੂੰ। ਆਪੇ ਨੂੰ ਅਸੀਂ ਸੰਭਾਲਦਾ ਹੇਠਾਂ ਆਇਆ। ਬਾਹਰਲੇ ਗੇਟ ਵੱਲ ਵੇਖਿਆ, ਬੰਦ ਸੀ। ਦਮੋ ਚਾਹ ਬਣਾ ਰਹੀ ਹੁੰਦੀ ਏ ਕਿਚਨ 'ਚ। ਖੰਗੂਰਾ ਮਾਰਿਆ ਸੁੱਚੇ ਨੇ। ਦਮੋ ਤਰਬਕੀ, ਚਿਹਰਾ ਵੇਖ ਕੇ ਸੁੱਚੇ ਦਾ ਅੰਦਰੋਂ ਲਰਜ਼ ਗਈ। ਬੋਲੀ ਨਹੀਂ। ਸੁੱਚੇ ਦਾ ਗੁੱਸਾ ਖਾ ਗਿਆ ਜਰਮਾ। ਸਖਤੀ ਨਾਲ ਬੋਲੇ, ਹਾਂ ਦੱਸ ਕੀ ਫੈਸਲਾ ਕੀਤਾ? ਉਹ ਮੇਰੇ ਮੁੰਡੇ ਨੂੰ ਵੀ ਲੈ ਗਈ ਆ ਵਰਗਲਾ ਕੇ, ਪਤਾ ਨਹੀਂ ਕਿੱਥੇ ਖੇ ਖਾਂਦੀ ਹੋ। ਸੁੱਚੇ ਤੂੰ ਤਾਂ ਐਵੇਂ ਮੇਰੇ ਗਲ ਪੈਣਾ। ਦੱਸ ਮੇਰਾ ਕੀ ਕਸੂਰ ਆ? ਬੋਲ ਅੱਤ ਨਿਮਰ ਹੁੰਦੇ ਨੇ। ਕਸੂਰ? ਸਾਰਾ ਕਸੂਰ ਹੀ ਤੇਰਾ। ਤੂੰ ਖੁੱਲ੍ਹ ਦਿੱਤੀ ਆ ਦੋਹਾਂ ਨੂੰ। ਤੂੰ ਚਾਹੁੰਦੀ ਹੈ ਰੇਖਾ ਦਾ ਵਿਆਹ ਹੋ ਜਾਏ ਸੀਰਤ ਨਾਲ। ਇਹ ਪਾਪ ਮੈਂ ਹੋਣ ਨਹੀਂ ਦੇਣਾ। ਮੈਂ ਮੁੰਡਾ ਵਿਆਹੂੰ ਕਿਸੇ ਖਾਨਦਾਨੀ ਜੱਟਾਂ ਵੱਲ। ਤੂੰ ਵਿਆਹ, ਮੈਂ ਕਦੋਂ ਰੋਕਦੀ ਆ? ਉਹ ਮੇਰੀ ਨਹੀਂ ਮੰਨਦੀ। ਦਮੋ ਨੇ ਸੱਚ ਬੋਲਿਆ। ਦਮੋ ਦੀ ਆਵਾਜ਼ 'ਚ ਕੰਬਾ ਸੀ, ਗੰਭੀਰਤਾ, ਮਿਠਾਸ ਤੇ ਆਪਣਾਪਨ ਸੀ। ਟੁੱਟ ਰਹੀ ਸੀ ਉਹਦੀ ਆਵਾਜ਼, ਬਾਰ-ਬਾਰ ਉਹਦੇ ਬੋਲਾਂ ਕਰਕੇ ਨਹੀਂ, ਸਗੋਂ ਉਹਨਾਂ ਭਾਵਾਂ ਦੇ ਅਰਥਾਂ ਕਰਕੇ ਜੋ ਲੁਕੇ ਹੋਏ ਸਨ। ਸੁੱਚੇ ਦੇ ਬੋਲਾਂ ਉੱਲੇ। ਤੂੰ ਮਨਾ ਉਹਨੂੰ। ਪੁੱਛੋ ਖਾਂਦੀ ਕਿਹਦਾ, ਕਿੱਥੋਂ ਕਰਦੀ ਐ ਇੰਨੇ ਖਰਚੇ? ਉਹ 2 ਪੈਸੇ ਦੀ ਮਾਸ਼ੀ ਸਮਝਦੀ ਕੀ ਆ ਮੈਨੂੰ? ਅੱਖ ਪੁੱਟੀ ਦਮੋ ਦੀ ਜ਼ਮੀਰ ਨੇ, ਝੰਜੋੜੀ ਗਈ ਅਣਖ। ਰਾਤੀ ਵੀ ਬਥੇਰਾ ਬੋਲਿਆ, ਚੁੱਪ ਰਹੀ। ਸੁੱਚੇ ਮੂਹਰੇ ਅੱਜ ਤੱਕ ਉਹ ਬੋਲੀ ਨਹੀਂ ਹੁੰਦੀ ਉੱਚਾ ਵੀ, ਪਰ ਇਹ ਤਾਂ ਬੋਲ ਰਿਹਾ ਸੀ ਕੋਈ ਹੋਰ ਸੁੱਚਾ। ਵੱਡਾ ਝਟਕਾ ਲੱਗਾ ਬਾਰ-ਬਾਰ ਮਾਸ਼ੀ ਕਹਿਣ ਤੋਂ। ਉਹ ਤਾਂ ਖੁਦ ਮਾਸ਼ੀ ਮੰਨਦੀ ਆਪਣੇ ਆਪ ਨੂੰ, ਫਿਰ ਮਿਹਣਾ ਦੇਣ ਦੀ ਕੀ ਤੁਕ ਹੋਈ? ਰੇਖਾ ਵੀ ਤੇ ਮਾਸ਼ੀ ਏ। ਕੀ ਮੇਰੀ ਕੋਈ ਜ਼ਮੀਰ ਨਹੀਂ, ਇੱਜ਼ਤ ਨਹੀਂ? ਕੀ ਇਸ ਘਰ 'ਚ ਕੋਈ ਹਿੱਸਾ ਨਹੀਂ ਮੇਰਾ? ਉਸ ਅੰਦਰ ਚੱਲਦਾ ਵਿਚਾਰਾਂ ਦਾ ਜਵਾਰ ਭਾਟਾ ਯਕਦਮ ਹੋ ਗਿਆ ਮੂੰਹ ਜ਼ੋਰ। ਪਤਾਲੋਂ ਪੁੱਟ ਸੁੱਟਿਆ ਉਹਦੀ ਹੋਸ਼ ਨੂੰ ਸੁੱਚੇ ਦੇ ਕਟਾਕਸ਼ਾਂ ਨੇ। ਉਹਨੇ ਸੁਥਰੀ ਜ਼ਿੰਦਗੀ ਜੀਣ ਲਈ ਸਮਾਜ 'ਚ ਅਣਖ ਤੇ ਆਜ਼ਾਦੀ ਨਾਲ ਮਿੱਟੀ 'ਚ ਰੁਲਦੇ ਸੁੱਚੇ ਨੂੰ ਫਰਸ਼ਾਂ ਤੋਂ ਅਰਸ਼ਾਂ ਤੇ ਪਹੁੰਚਾ ਦਿੱਤਾ। ਸਬਰ ਦੀ ਵੀ ਇੱਕ ਹੱਦ ਹੁੰਦੀ ਹੈ, ਟੁੱਟ ਭੁਰ ਜਾਂਦਾ ਵਧੇਰੇ ਜ਼ਬਰ ਤੇ ਦਬਾਅ ਨਾਲ। ਉਹ ਸਹਿਜ ਨਾਲ ਬੋਲੀ, ਸੁੱਚੇ ਜਦੋਂ ਕੱਢ ਦਿੱਤਾ ਸੀ ਘਰੋਂ ਤੇਰੇ ਮਾਪਿਆਂ ਨੇ ਸਾਨੂੰ, ਕੀ ਹੁੰਦਾ ਸੀ ਉਦੋਂ ਤੇਰੇ ਕੋਲ? ਮਾਸ਼ੀ ਨੇ ਲਾਏ ਤੇਰੇ ਪੈਰ। ਹੁਣ ਮੇਰੀ ਜਾਤ ਨੂੰ ਫਿਟਕਾਰਨ ਵਾਲੀ ਕੀ ਗੱਲ ਹੋਈ? ਉਹ ਮੇਰੀ ਕਿਸਮਤ, ਮੈਂ ਮਿਹਨਤ ਕੀਤੀ, ਐਵੇਂ ਨਹੀਂ ਬਣ ਗਿਆ ਸਾਰਾ ਕੁਝ। ਨਸ਼ਾ ਤੇਜ਼ ਹੋਈ ਜਾਂਦਾ, ਨਾਲ ਗੁੱਸਾ ਵੀ। ਸੁਣ ਕੇ ਮੁਸਕਰਾਈ ਦਮੋ, ਥੋਰ ਦੇ ਕੰਢਿਆਂ ਵਾਂਗ। ਉਹਦੇ ਫਿੱਕੇ ਜਿਹੇ ਹਾਸੇ 'ਚ ਵਿਅੰਗ ਸੀ, ਸੱਚ ਦੀ ਚੋਭ ਸੀ, ਅਣਦਿਸਦੀ ਮਾਰੂ ਸੱਟ ਸੀ। ਕੱਢ ਕੇ ਮਤਲਬ ਜੱਟ ਜਾਂਦੇ ਨੇ ਭੁੱਲ, ਵਾੜ ਲੈਂਦੇ ਨੇ ਬੁੱਕਲ 'ਚ ਤਕਦੀਰ ਨੂੰ। ਕਮਾਲ ਆ, ਤੂੰ ਕਰਦਾ ਸੜਕਾਂ ਤੇ ਮਜ਼ਦੂਰੀ, ਮੈਨੂੰ ਤੇ ਬੱਚਿਆਂ ਨੂੰ ਪਾਲਦਾ। ਛੱਤ ਨਾ ਹੁੰਦੀ ਸਿਰ ਤੇ, ਮੰਗਿਆ ਨਾ ਮਿਲਦਾ ਅੰਨਾ ਵੀ, ਫੇਰ ਕੀ ਬਣਾ ਲੈਂਦਾ ਲੱਖਾਂ ਕਰੋੜਾਂ ਦੀ ਜਾਇਦਾਦ? ਨਹੀਂ, ਕਦੇ ਨਹੀਂ। ਮੈਂ ਕੀ ਨਹੀਂ ਕੀਤਾ ਤੇਰੇ ਲਈ? ਕੁਆਰੀ ਨੇ ਤੇਰਾ ਬੱਚਾ ਜੰਮਿਆ, ਪਾਲਿਆ, ਲੋਕਾਂ ਦੀ ਇੰਨੀ ਨਫ਼ਰਤ ਦਾ ਸ਼ਿਕਾਰ ਹੋਈ, ਆਪਣਾ ਬਣਿਆ ਘਰ ਛੱਡ ਕੇ ਤੇਰਾ ਸਾਥ ਦਿੱਤਾ, ਵੇਚ ਕੇ ਜ਼ਮੀਨ ਤੇ ਕੋਠੀ ਆਪਣੀ, ਸਾਰੇ ਪੈਸੇ ਤੈਨੂੰ ਦਿੱਤੇ, ਤੂੰ ਇੰਨਾ ਹੀ ਗਿਰ ਗਿਆ? ਧੋਖਾ ਕੀਤਾ ਤੂੰ ਮੇਰੇ ਨਾਲ। ਤੂੰ ਇੰਨਾ ਜਲੀਲ ਕਰ ਰਿਹਾ ਮੈਨੂੰ, ਮੈਂ ਫਿਰ ਵੀ ਤੈਨੂੰ ਪਿਆਰ ਕਰਦੀ ਹਾਂ, ਰਹਾਂਗੀ ਕਰਦੀ ਵੀ। ਦਮੋ ਦੇ ਨੈਣਾਂ 'ਚ ਵਹਿ ਤੁਰਿਆ ਲਾਵਾ। ਸਮੇਂ ਦਾ ਸੱਚ ਦਮੋ ਨੇ ਵਗਾ ਮਾਰਿਆ ਸੁੱਚੇ ਦੇ ਮੂੰਹ ਤੇ। ਸੁੱਚਾ ਥਾਂ ਤੇ ਮਿੱਟੀ ਹੋ ਗਿਆ, ਬੇਜਾਨ ਜਿਸਮ, ਬੇਹਰਕਤ ਅੰਗ, ਮੁੜਕੋ ਮੁੜਕੀ ਹੋ ਗਿਆ ਹਕੀਕਤ ਸਾਹਮਣੇ। ਇਹ ਸੱਚ ਰੜਕਾਇਆ ਵੀ ਦਮੋ ਨੇ ਪਹਿਲੀ ਵਾਰ, ਉਹ ਵੀ ਵੱਡੀ ਮਜਬੂਰੀ 'ਚ। ਸ਼ਰਮਿੰਦਗੀ 'ਚ ਡੁੱਬਾ ਸੁੱਚਾ ਦੇ ਨਾ ਸਕਿਆ ਠੋਸ ਜਵਾਬ। ਐਨ ਉਸ ਵਕਤ ਉਹਦੀ ਮਦਦ ਕੀਤੀ ਜੱਟਵਾਦ ਦੇ ਦੈਂਤ ਨੇ,
ਨਸ਼ੇ ਕਰਕੇ ਬਣ ਗਿਆ ਖੂਨ ਖਾਰ ਪਾਗਲ। ਝਟਕੇ ਨਾਲ ਗਿਆ ਨੇੜੇ ਦਮੋਂ ਦੇ, ਪੈਂਦਿਆਂ ਹੀ ਪਾ ਲਿਆ ਹੱਥ ਗੁੱਤ ਨੂੰ, ਚਾੜ ਕੇ ਮਰੋੜਾ ਗਰਜਿਆ, ਕੁੱਤੀ ਮਾਸ਼ੀ ਕੱਢਾਂ ਹੁਣੇ ਘਰੋਂ। ਇੱਕ ਕੋਠੀ, ਸਾਰੀ ਜ਼ਮੀਨ ਜਾਇਦਾਦ ਪਲਾਟ ਸਭ ਮੇਰੇ ਨਾਂ ਨੇ। ਮੈਂ ਜੱਟ ਹੋ ਕੇ ਰੱਖਿਆ ਤੈਨੂੰ ਮਾਸ਼ੀ ਨੂੰ, ਤੇਰੇ ਕਰਕੇ ਜੇਲ੍ਹ ਕੱਟੀ, ਮਾਪੇ ਗਵਾਏ, ਬੰਬੇ ਤੋਂ ਲਿਆਇਆ ਬਚਾ ਕੇ ਗੁੱਤ ਛੱਡ ਕੇ। ਕੰਨ ਖੋਲ ਕੇ ਸੁਣ ਲੈ, ਸਿੱਧੀ ਹੋ ਕੇ ਵਿਆਹ ਕਰਵਾ ਮੇਰਾ ਰੇਖਾ ਨਾਲ, ਨਹੀਂ ਤਾਂ ਦਫਾ ਹੋ ਜਾ ਮੇਰੇ ਘਰੋਂ ਦੋਵੇਂ। ਮੈਂ ਜ਼ਿੰਦਗੀ ਨਹੀਂ ਬਰਬਾਦ ਕਰਨੀ ਮੁੰਡੇ ਦੀ ਇੱਕ ਮਾਸ਼ੀ ਹੋਰ ਘਰ ਵਾੜ ਕੇ। ਮੇਰੀ ਗੱਲ ਹੋਰ ਏ, ਇੱਕ ਮਾਸ਼ੀ ਰੰਨ ਹੋਵੇ ਚਾਹੇ ਦੋ, ਗੱਲ ਇੱਕ ਹੀ ਆ। ਮੈਂ ਤਾਂ ਇੱਕ ਵਾਰ ਹੋ ਹੀ ਗਿਆ ਬਦਨਾਮ ਵਿਆਹ ਕਰਵਾ ਕੇ ਮਾਸ਼ੀ ਨਾਲ, ਫਰਕ ਪੈਂਦਾ ਤਾਂ ਸੀਰਤ ਨੂੰ। ਸਮਝ ਆਈ ਮੇਰੀ ਗੱਲ? ਉਹ ਤੇਜ਼ੀ ਨਾਲ ਕਾਰ ਵੱਲ ਗਿਆ, ਉਗੜੇ ਦੁਗੜੇ ਕਦਮ ਪੁੱਟਦਾ ਪਿੱਛੇ ਛੱਡ ਗਿਆ ਦਮੋਂ ਨੂੰ, ਸੱਚੀ ਮੁਹੱਬਤ ਦੀਆਂ ਕੰਧਾਂ ਨਾਲ ਜਜ਼ਬਾਤੀ ਟੱਕਰਾਂ ਮਾਰਨ ਲਈ। ਸੁੱਚੇ ਤੇ ਦਮੋਂ ਦੇ ਝਗੜੇ ਪਿੱਛੇ ਕਾਰਜਸ਼ੀਲ ਹੁੰਦੇ ਜਗੀਰ ਸਰਪੰਚ। ਸੁੱਚਾ ਘਰ 'ਚ ਹੋਈ ਬੀਤੀ ਨਿੱਕੀ ਤੋਂ ਨਿੱਕੀ ਘਟਨਾ ਵੀ ਦੱਸਦਾ ਜਗੀਰ ਨੂੰ। ਉਹ ਹੰਡਿਆ ਵਰਤਿਆ ਘਾਗ ਸਿਆਸੀ ਬੰਦਾ, ਨੁਕਤੇ ਸਮਝਾਉਂਦਾ ਸੁੱਚੇ ਨੂੰ, ਬਥੇਰਾ ਘੁਣਤਰੀ ਹੁੰਦਾ ਸੁੱਚਾ ਵੀ, ਪਰ ਜਗੀਰ ਨੂੰ ਵਧੇਰੇ ਸਿਆਣਾ ਮੰਨਦਾ, ਬਗੈਰ ਸੋਚੇ ਸਮਝੇ ਲਾਈ ਲੱਗ ਬਣਿਆ। ਦਮੋਂ ਦਾ ਦਿਲ ਆਖਦਾ ਸੁੱਚੇ ਵਰਗਾ ਸ਼ਬਦ ਹੋਏਗਾ ਇੰਨਾ ਝੂਠਾ, ਫਰੇਬੀ ਤੇ ਵਲਦਾਰ, ਕਦੇ ਸੋਚਿਆ ਨਾ ਉਹਨੇ। ਹੈਰਾਨ ਹੁੰਦੀ ਏ, ਸੁੱਚਾ ਉਹਨੂੰ ਬੜਾ ਪਿਆਰਾ ਹੁੰਦਾ। ਸੁੱਚਾ ਤਾਂ ਟਿਮਟਮਾਉਂਦਾ ਸੀ ਉਹਦੇ ਚਾਰੇ ਪਾਸੇ, ਹੁਣ ਹੋ ਗਿਆ ਅੰਬਰਾਂ 'ਚ ਟਕਰਾਏ ਤਾਰੇ ਵਾਂਗ ਹਨੇਰਾ, ਰਾਖ, ਸੁਆਹ, ਮਿੱਟੀ। ਕਦੇ ਤੋੜ ਨਹੀਂ ਚਾੜਦੇ ਹੁੰਦੇ ਭਟਕੇ ਰਾਹੀਆਂ ਨੂੰ ਹਨੇਰੇ ਰਾਹ। ਅੰਦਰ ਦੀ ਅੱਖ 'ਚ ਹੁੰਦੀ ਏ ਰੋਸ਼ਨੀ, ਗੱਲ ਕਾਲਖ ਵਰਗੇ ਹਨੇਰੇ ਦੀ ਨਹੀਂ, ਸਾਬਤ ਵਿਸ਼ਵਾਸ ਲੈ ਕੇ ਪੈਰਾਂ 'ਚ ਤੁਰ ਪੈਣ ਦੀ ਹੁੰਦੀ ਏ। ਸੁੱਚੇ ਦੇ ਪਿਆਰ ਦੀ ਜਾਤੀਵਾਦ ਦੇ ਝੱਖੜ 'ਚ ਇਹ ਆਖਰੀ ਝਲਕ ਸੀ, ਜਿਵੇਂ ਤੇਲ ਮੁੱਕ ਜਾਣ ਤੇ ਲੋ ਦੀ ਆਖਰੀ ਫੜਫੜਾਹਟ। ਕਈ ਦਹਾਕੇ ਪਹਿਲਾਂ ਉਹਨਾਂ ਦੇ ਪਿਆਰ ਦੇ ਚੜੇ 14ਵੀਂ ਦੇ ਚੰਨ ਨੂੰ ਖਾ ਗਿਆ ਸੀ ਮੱਸਿਆ ਦਾ ਹਨੇਰਾ, ਨਿਗਲ ਗਿਆ ਸੀ ਜੱਟਵਾਦ ਦਾ ਮਗਰਮੱਛ। ਪਹਿਲਾਂ ਜਦੋਂ ਹੱਸਦੀ ਸੀ ਘਰ ਦੀ ਹਰੇਕ ਨੁੱਕਰ ਹੱਸਦੀ ਸੀ, ਬੜੇ ਚਾਅ ਤੇ ਜ਼ੋਰ ਨਾਲ, ਪਰ ਹੁਣ ਵਕਤ ਨਾਲ ਮਹਿਸੂਸ ਹੋਇਆ ਇਹ ਤਾਂ ਹੱਸਦੇ ਸਨ ਉਹਦੇ ਟੁੱਟੇ ਹੋਏ ਵਿਸ਼ਵਾਸ। ਦਮੋਂ ਗਹਿਰੇ ਗਮ 'ਚ ਗਲਤਾਨ ਹੋਈ ਸੋਚਦੀ ਏ, ਹੁਣ ਜੋ ਹਾਲਤ ਕੀਤੀ ਏ ਜੱਟ ਸੁੱਚੇ ਨੇ ਮੇਰੀ, ਕੀ ਕੋਈ ਇਨਸਾਨ ਗੂੜੀ ਮੁਹੱਬਤ ਕਰਦੀ ਔਰਤ ਨਾਲ ਕਰ ਸਕਦਾ? ਸ਼ਾਇਦ ਕਰੇ ਨਾ ਕੋਈ ਗੁੰਡਾ ਬਦਮਾਸ਼ ਵੀ। ਕਿਹਨੂੰ ਦੱਸਾਂ, ਕਿਸ ਅੱਗੇ ਰੋਵਾਂ ਦੁੱਖ ਆਪਣਾ? ਸਾਰੇ ਪੱਖ ਪੂਰਨਗੇ ਸੁੱਚੇ ਦਾ, ਮਰਦ ਤੇ ਜੱਟ ਹੋਣ ਕਰਕੇ। ਗੱਲਾਂ ਨੂੰ ਲੱਗੇ ਸਾੜਨ ਨੈਣਾਂ 'ਚੋਂ ਬਲਾਏ ਹੰਝੂ। ਗੰਭੀਰਤਾ ਨਾਲ ਸੋਚਦੀ, ਜੇ ਪੈਦਾ ਨਾ ਕੀਤੀ ਹੁੰਦੀ ਕੁਦਰਤ ਨੇ ਔਰਤ ਅੰਦਰ ਅਵੱਲੀ ਅੱਗ ਜਿਸਮ ਦੀ, ਮੈਂ ਕਦੇ ਪੈਰ ਨਾ ਪੁੱਟਦੀ ਬਿੰਦਰ ਦੇ ਘਰੋਂ। ਖੁਆਰ ਕੀਤਾ ਇਸੇ ਅੱਗ ਨੇ, ਗੋਰੇ ਨਾਲ ਬੰਬੇ ਵਿੱਚ, ਜਿਸਮ ਦੇ ਇਸੇ ਤਾਜ ਪਨਪੀ ਮੁਹੱਬਤ ਸੁੱਚੇ ਨਾਲ। ਸੌਂ ਕੇ ਹੋਰ ਮਰਦਾਂ ਨਾਲ ਵੀ ਰਹੀ ਭੋਗਦੀ, ਸੁੱਚੇ ਨੂੰ ਹੀ ਘਰ ਵਸਾਇਆ ਤੇ ਇਸੇ ਨਾਲ। ਮੈਂ ਔਰਤ ਹਾਂ, ਜਿੱਥੋਂ ਤੱਕ ਕੰਮ ਕਰਦੀ ਏ ਸਮਝ ਮੇਰੀ, ਸਰੀਰਕ ਸੰਤੁਸ਼ਟੀ ਨੂੰ ਹੀ ਨਾ ਦਿੱਤਾ ਜਾਂਦਾ ਹੈ ਪਿਆਰ ਦਾ। ਕੋਈ ਨਹੀਂ ਹੁੰਦੀ ਸੱਚੀ ਸੁੱਚੀ ਮੁਹੱਬਤ। ਜਿਹੜਾ ਮਰਦ ਵੀ ਕਰਵਾ ਦਿੰਦਾ ਔਰਤ ਦੀ ਪੂਰਨ ਸਰੀਰਕ ਸੰਤੁਸ਼ਟੀ, ਠਾਰ ਦਿੰਦਾ ਹੈ ਉਸ ਅੰਦਰ ਮੱਚਦੀ ਅੱਗ ਦੇ ਸੇਕ ਨੂੰ ਚੰਗੀ ਤਰ੍ਹਾਂ। ਔਰਤ ਉਸੇ ਨੂੰ ਕਰਨ ਲੱਗਦੀ ਏ ਗੂੜਾ ਪਿਆਰ। ਅੱਧੀ ਪੌਣੀ ਅੱਗ ਬੁਝਾਉਣ ਵਾਲੇ ਨੂੰ ਕਰ ਨਹੀਂ ਸਕਦੀ ਪਿਆਰ। ਔਰਤ ਕੋਈ ਵੀ ਹੋਵੇ, ਕੋਈ ਕਰੂ ਤਾਂ ਝੂਠਾ ਹੋਊਗਾ। ਸੰਤੁਸ਼ਟੀ 'ਚੋਂ ਜਾਗਦਾ ਪਵਿੱਤਰ ਪਿਆਰ ਆਪਣੇ ਮੇਚ ਦੀ ਅੱਗ ਨਾਲ ਜਦੋਂ ਭਿੜਦੀ ਏ ਬਰਾਬਰ ਦੀ ਅੱਗ, ਉਦੋਂ ਹੀ ਪੈਦਾ ਹੁੰਦਾ ਨਿਵੇਕਲਾ ਖਿੱਚ। ਇਹਨੂੰ ਲੋਕ ਆਖਦੇ ਸੱਚਾ ਪਿਆਰ। ਮਰਦ ਦੀ ਅੱਗ ਬੇਮੇਚ ਹੈ। ਸੈਂਕੜੇ ਔਰਤਾਂ ਨਾਲ ਸੌਂ ਕੇ ਵੀ ਕੋਈ ਰੱਜ ਨਹੀਂ, ਚੈਨ ਨਹੀਂ, ਭੁੱਖੇ ਦਾ ਭੁੱਖਾ ਹੀ ਰਹਿੰਦਾ। ਹੁਣ ਨਸ਼ਿਆਂ ਨੇ ਪੈਦਾ ਕੀਤਾ ਹੈ ਸੁੱਚੇ ਅੰਦਰ ਮੇਰੀ ਅੱਗ ਤੋਂ ਵਧੇਰੇ ਅੱਗ। ਇਸ ਅੱਗ ਤੇ ਪਾਇਆ ਪੈਟਰੋਲ ਜੱਟ ਹੋਣ ਦੇ ਮਾਣ ਨੇ। ਹੁਣ ਨਹੀਂ ਕਰਵਾ ਸਕਦੀ ਮੈਂ ਉਹਦੀ ਸੰਤੁਸ਼ਟੀ, ਭੁੱਖ ਦੀ ਪੂਰਤੀ। ਇਸੇ ਲਈ ਮੋਹਿਤ ਹੋ ਗਿਆ ਰੇਖਾ ਤੇ ਜਦੋਂ ਰੇਖਾ ਪੈ ਜੂ ਠੰਡੀ, ਫਿਰ ਕੋਈ ਹੋਰ ਲੱਭ ਲੂ। ਮੇਰੇ ਨਾਲ ਐਸਾ ਦੁਰਵਿਹਾਰ ਸਹੀ ਏ। ਇਸ ਪੱਖੋਂ ਮੈਂ ਰੋੜਾ ਇਹਦੀ ਸੰਤੁਸ਼ਟੀ ਦੇ ਰਾਹ ਦਾ। ਸੌਂਦਾ ਬੇਗਾਨੀਆਂ ਔਰਤਾਂ ਨਾਲ ਸੌਵੇਂ, ਇਤਰਾਜ਼ ਨਹੀਂ ਹੈਗਾ ਕੋਈ ਮੈਨੂੰ। ਮੇਰੇ ਵੱਲੋਂ ਬਾਵਜੂਦ ਪੂਰਨ ਆਜ਼ਾਦੀ ਦੇ ਐਸਾ ਸਲੂਕ ਤਾਂ ਨਾ ਕਰਦਾ ਜਿਵੇਂ ਮੈਂ ਕੋਈ ਕੀੜਾ ਮਕੌੜਾ ਹੋਵਾਂ। ਹੁਣ ਮੈਂ ਮਰਿਆਂ 'ਚ ਨਾ ਜਿਉਂਦਿਆਂ 'ਚ। ਮੇਰੀ ਕੀਤੀ ਕੁਰਬਾਨੀ ਦਾ ਮੁੱਲ ਪਾਇਆ ਉਹਨੇ। ਦਮੋਂ ਲਗਾਤਾਰ ਸੋਚੀ ਜਾਂਦੀ, ਫੁੱਲ ਸਟਾਪ, ਕੋਈ ਨਾ। ਧੰਨਵਾਦ।